ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ। ਪ੍ਰੋਗਰਾਮ ਖਬਰ ਪੜਤਾਲ ਲੈ ਕੇ ਹਾਜ਼ਰ ਹਾਂ ਜੀ। ਸੋ ਪੰਜਾਬ ਨਾਲ ਜੁੜੇ ਖਾਸ ਮੁੱਦਿਆਂ ਦੇ ਉੱਪਰ ਆਪਾਂ ਚਰਚਾ ਕਰਦੇ ਹਾਂ ਹਮੇਸ਼ਾ ਹੀ, ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਜੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ ਹਰਜੋਤ ਜੀ। ਜੀ ਸੋ ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਖਾਸ ਤੌਰ ਤੇ ਗੱਲ ਕਰਾਂਗੇ ਕਿ ਤਕਰੀਬਨ 2.5 ਮਹੀਨੇ ਹੋ ਚੁੱਕੇ ਨੇ ਜੋ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੇ ਅਹੁਦਾ ਸੰਭਾਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਜੋ ਪੰਜਾਬ ਦੇ ਵਿੱਚ ਬਣੀ ਹੈ, ਫੈਸਲਿਆਂ ਦੇ ਉੱਪਰ ਪਹਿਲਾਂ ਸ਼ੁਰੂ ਤੋਂ ਨਜ਼ਰ ਕਰਾਂਗੇ ਕਿ ਕਿਸ ਤਰੀਕੇ ਨਾਲ ਫੈਸਲੇ ਲਏ ਗਏ ਨੇ, ਕਿਉਂਕਿ ਕਈ ਫੈਸਲਿਆਂ ਦੇ ਉੱਪਰ ਕਿੰਤੂ ਪਰੰਤੂ ਵੀ ਰਹੇ, ਕਈ ਫੈਸਲਿਆਂ ਤੇ ਸ਼ਲਾਘਾ ਵੀ ਹੋਈ ਹੈ। ਓਵਰਆਲ ਸਾਰੀ ਚੀਜ਼ਾਂ ਤੇ ਗੱਲ ਕਰਾਂਗੇ। ਨਾਲ ਦੀ ਨਾਲ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਦੀ ਦਿਖਦੀ ਹੈ, ਕੀ ਕੇਜਰੀਵਾਲ ਦੀ ਜ਼ਰੂਰਤ ਰਹੇਗੀ, ਤੇ ਨਾਲ ਦੀ ਨਾਲ ਲੁਧਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ, ਕਈ ਖੁਲਾਸੇ ਕੀਤੇ ਗਏ ਨੇ, ਉਹ ਕੀ ਨੇ ਉਹ ਵੀ ਤੁਹਾਡੇ ਤੋਂ ਵਿਸਥਾਰ ਵਿੱਚ ਜਾਣਾਂਗੇ। ਅਗਰ ਸ਼ੁਰੂਆਤ ਤੋਂ ਗੱਲ ਕਰੀਏ ਤਾਂ ਭਗਵੰਤ ਮਾਨ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ, ਸ਼ੁਰੂ ਵਿੱਚ ਉਹਨਾਂ ਉੱਪਰ ਇਹ ਗੱਲ ਕੀਤੀ ਜਾ ਰਹੀ ਸੀ ਕਿ ਜਿੰਨੇ ਵੀ ਫੈਸਲੇ ਕੀਤੇ ਜਾ ਰਹੇ ਨੇ ਉਹ ਦਿੱਲੀ ਤੋਂ ਆ ਰਹੇ ਨੇ, ਯਾਨੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਫੈਸਲੇ ਕੀਤੇ ਜਾ ਰਹੇ ਨੇ। ਪਰ ਹੁਣ ਹੌਲੀ ਹੌਲੀ ਜੋ ਹੈ ਛਾਪ ਇਹ ਬਦਲਦੀ ਵੀ ਦਿਖ ਰਹੀ ਹੈ। ਸਾਹਮਣੇ ਆ ਰਿਹਾ ਹੈ ਕਿ ਸ਼ਾਇਦ ਖੁਦ ਜੋ ਹੈ ਭਗਵੰਤ ਮਾਨ ਹੀ ਫੈਸਲੇ ਕਰ ਰਹੇ ਨੇ। ਪ੍ਰਸਿੱਧੀ ਵੀ ਹੋ ਰਹੀ ਹੈ, ਉਹਨਾਂ ਦੀ ਸ਼ਲਾਘਾ ਵੀ ਹੋ ਰਹੀ ਹੈ। ਇਸ ਸਭ ਨੂੰ ਲੈ ਕੇ ਕੀ ਲੱਗ ਰਿਹਾ ਹੈ ਕਿ ਭਗਵੰਤ ਮਾਨ ਜੋ ਨੇ ਕੇਜਰੀਵਾਲ ਤੋਂ ਵੱਧ ਉਹਨਾਂ ਦੀ ਪ੍ਰਸਿੱਧੀ ਜ਼ਰੂਰ ਹੁਣ ਆਪਾਂ ਵੇਖ ਰਹੇ ਹਾਂ, ਲੋਕ ਪਸੰਦ ਕਰ ਰਹੇ ਨੇ ਉਹਨਾਂ ਦੇ ਫੈਸਲਿਆਂ ਨੂੰ ਵੀ। ਕਿਸ ਤਰੀਕੇ ਨਾਲ ਦੇਖਦੇ ਹੋ, ਅਗਰ ਅਸੀਂ ਭਗਵੰਤ ਮਾਨ ਨੂੰ ਐਜ਼ ਅ ਮੁੱਖ ਮੰਤਰੀ ਦੇਖਦੇ ਹਾਂ, ਉਹਨਾਂ ਦੇ ਕੀਤੇ ਫੈਸਲਿਆਂ ਨੂੰ ਦੇਖਦੇ ਹਾਂ, ਕਿਸ ਤਰ੍ਹਾਂ ਦੀ ਛਾਪ ਬਣਦੀ ਦਿਖ ਰਹੀ ਹੈ ਅੱਗੋਂ? ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ। ਤੁਸੀਂ ਬਹੁਤ ਗੰਭੀਰ ਸਵਾਲ ਹੈ ਜਿਹੜਾ ਚੁੱਕਿਆ। ਪੰਜਾਬ 'ਚ ਪਿੰਡ ਪਿੰਡ ਗਲੀ ਗਲੀ ਇਸ ਚੀਜ਼ ਨੂੰ ਲੋਕ ਮਹਿਸੂਸ ਕਰ ਰਹੇ ਨੇ। ਭਗਵੰਤ ਮਾਨ ਉਹਨਾਂ ਦੇ ਜਿਹੜੇ ਫੈਸਲੇ ਨੇ ਉਹਨਾਂ ਦੇ ਉੱਪਰ ਬਹੁਤ ਗਹਿਰੀ ਨਜ਼ਰ ਹੈ ਇਸ ਵਕਤ, ਪੂਰੇ ਪੰਜਾਬੀਆਂ ਦੀ ਨਹੀਂ, ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਦੀ, ਭਾਰਤੀਆਂ ਦੀ, ਜਿਹੜੇ ਵੀ ਪੰਜਾਬੀ ਭਾਸ਼ਾ ਨੂੰ ਜਾਂ ਪੰਜਾਬ ਨੂੰ ਸਮਝਦੇ ਨੇ। ਹੁਣ ਪਿਛਲੇ ਕੁਝ ਸਮਿਆਂ 'ਚ ਮੈਂ ਦੇਖਿਆ ਕਿ ਮੈਂ ਵੱਡੇ ਮੁਲਕ ਲੈ ਲਾਂ, ਪੰਜਾਬ ਤੋਂ ਬਾਅਦ ਸਾਡੇ ਭਾਰਤ ਤੋਂ ਬਾਹਰ ਕੈਨੇਡਾ ਦੀ ਗੱਲ ਕਰ ਲਈਏ, ਅਮਰੀਕਾ ਦੀ ਗੱਲ ਕਰ ਲਈਏ, ਜਾਂ ਅਸੀਂ ਯੂਕੇ ਦੀ ਗੱਲ ਕਰ ਲਈਏ, ਜਾਂ ਮੈਂ ਹੋਰ ਮੁਲਕਾਂ ਦੀ ਗੱਲ ਕਰ ਲਾਂ ਜਿੱਥੇ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਨੇ। ਬੈਲਜੀਅਮ ਹੈ, ਇਟਲੀ ਹੈ, ਫਰਾਂਸ ਹੈ, ਔਰ ਬਹੁਤ ਸਾਰੀਆਂ ਅਰਬ ਕੰਟਰੀਜ਼ ਨੇ, UAE ਹੈ ਜਿੱਥੇ ਪੰਜਾਬੀ ਨੇ ਬਹੁਤ ਜ਼ਿਆਦਾ। ਉੱਥੋਂ ਲਗਾਤਾਰ ਭਗਵੰਤ ਮਾਨ ਉਹਨਾਂ ਦੇ ਫੈਸਲਿਆਂ ਤੇ ਉਹਨਾਂ ਦਾ ਸਮਰਥਨ ਆ ਰਿਹਾ। ਪਰ ਸ਼ੁਰੂਆਤ ਦੇ ਵਿੱਚ ਜਿਹੜੇ ਕੁਝ ਫੈਸਲੇ ਹੋਏ ਸੀ, ਉਹਨਾਂ ਤੋਂ ਲੱਗਿਆ ਸੀ ਕਿ ਸ਼ਾਇਦ ਭਗਵੰਤ ਮਾਨ ਮਜਬੂਰੀ ਦੇ ਵਿੱਚ ਕਈ ਫੈਸਲੇ ਮੰਨ ਰਹੇ ਨੇ। ਜਿਵੇਂ ਪਿਛਲੀ ਵਾਰੀ ਜਿਹੜੇ ਰਾਜ ਸਭਾ ਦੇ ਮੈਂਬਰ ਗਏ, ਉਹਨਾਂ ਦੇ ਵਿੱਚੋਂ ਇਸ ਤਰੀਕੇ ਦੀ ਛਾਪ ਨਜ਼ਰ ਨਹੀਂ ਆਈ ਕਿ ਉਹਨਾਂ ਰਾਜ ਸਭਾ ਮੈਂਬਰਾਂ ਦੇ ਵਿੱਚੋਂ ਪੰਜਾਬੀਅਤ ਜਾਂ ਪੰਜਾਬੀਆਂ ਦੇ ਮੁੱਦਿਆਂ ਦੀ ਲੜਾਈ ਡੁੱਲ ਡੁੱਲ ਪੈਂਦੀ ਹੋਵੇ। ਸੀਗੇ ਤਾਂ ਸਾਰੇ ਪੰਜਾਬੀ ਸਾਰੇ ਪੰਜਾਬੀ। ਇਹ ਇਹੋ ਜਿਹੀ ਗੱਲ ਨਹੀਂ ਜਿਵੇਂ ਹਰਭਜਨ ਸਿੰਘ ਹੈ ਪੰਜਾਬੀ ਨੇ, ਉਹ ਤਾਂ ਕ੍ਰਿਕਟਰ ਨੇ, ਉਹਨਾਂ ਦਾ ਯੋਗਦਾਨ ਹੈ। ਫਿਰ ਉਹ ਜਿਹੜੇ ਐਜੂਕੇਸ਼ਨਿਸਟ ਨੇ, ਮਿੱਤਲ ਸਾਹਿਬ, ਉਹ ਵੀ ਪੰਜਾਬੀ ਨੇ, ਔਰ ਇੱਕ ਲੁਧਿਆਣੇ ਤੋਂ ਇੰਡਸਟਰੀਲਿਸਟ ਗਏ ਸੀ, ਉਹ ਵੀ ਪੰਜਾਬੀ ਨੇ। ਪਰ ਜਿਹੜੇ ਲੋਕਾਂ ਨੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੀ ਹੋਵੇ, ਜਿਹੜੇ ਮੁੱਦੇ ਸਾਡੇ ਸੰਵੇਦਨਸ਼ੀਲ ਮੁੱਦੇ ਆ, ਠੀਕ ਹੈ, ਐਜੂਕੇਸ਼ਨ ਇੱਕ ਵੱਡਾ ਵਿਸ਼ਾ ਹੈ, ਮਿੱਤਲ ਸਾਹਿਬ ਨੂੰ ਮੈਂ ਵੱਖਰਾ ਰੱਖਦਾ। ਜਿਹੜੇ ਸਾਡੇ ਵੱਖਰੇ ਵੱਡੇ ਮੁੱਦੇ ਨੇ ਪੰਜਾਬ ਦੇ, ਜਿਨ੍ਹਾਂ ਤੇ ਅਕਸਰ ਗੱਲ ਹੁੰਦੀ ਹੈ, ਜਿਵੇਂ ਹੁਣ ਕੱਲ ਨਜ਼ਰ ਆਇਆ ਕਿ ਭਗਵੰਤ ਮਾਨ ਆਪਣੀ ਗੱਲ ਮਨਾ ਪਾ ਰਹੇ ਨੇ ਆਮ ਆਦਮੀ ਪਾਰਟੀ 'ਚ, ਉਹਨਾਂ ਦੀ ਆਪਣੀ ਗੱਲ ਹੁਣ ਸੁਣੀ ਜਾ ਰਹੀ ਹੈ। ਸੰਤ ਸੀਚੇਵਾਲ ਉਹਨਾਂ ਦਾ ਰਾਜ ਸਭਾ ਦੇ ਵਿੱਚ ਭੇਜਿਆ ਜਾਣਾ, ਇਹ ਇੱਕ ਬਹੁਤ ਵੱਡਾ ਜਿਹੜਾ ਹੈ ਇਹ ਫੈਸਲਾ ਹੈ, ਔਰ ਇਹਦਾ ਖੁੱਲ੍ਹਦਿਲੀ ਨਾਲ ਪੰਜਾਬੀਆਂ ਨੇ, ਦੁਨੀਆ ਭਰ ਦੇ ਪੰਜਾਬੀਆਂ ਨੇ ਸਵਾਗਤ ਕੀਤਾ। ਹਰਜੋਤ ਜੀ, ਇਸ ਫੈਸਲੇ ਨੇ ਇਹ ਸਾਬਤ ਕੀਤਾ ਕਿ ਭਗਵੰਤ ਮਾਨ ਉਹਨਾਂ ਦਾ ਦਖਲ ਜਿਹੜਾ ਹੈ ਉਹ ਬਣ ਰਿਹਾ ਬਹੁਤ ਵੱਡੇ ਪੱਧਰ ਤੇ, ਔਰ ਉਹ ਡਿਸੀਜਨ ਮੇਕਿੰਗ ਦੇ ਵਿੱਚ ਬੈਠੇ ਨੇ, ਆਪ ਡਿਸੀਜਨ ਕਰ ਰਹੇ ਨੇ। ਹਾਲਾਂਕਿ ਜਿਹੜੇ ਵਿਕਰਮਜੀਤ ਸਾਹਨੀ ਨੂੰ ਚੁਣਿਆ ਗਿਆ, ਮੈਨੂੰ ਲੱਗਦਾ ਇਹ ਫੈਸਲੇ ਦੇ ਵਿੱਚ ਦਿੱਲੀ ਦੀ ਜਿਹੜੀ ਟੀਮ ਹੈ ਆਮ ਆਦਮੀ ਪਾਰਟੀ, ਉਹਨਾਂ ਦਾ ਜਿਹੜਾ ਹੈਗਾ ਉਹ ਜ਼ਿਆਦਾ ਜਿਹੜਾ ਉਹਨਾਂ ਦਾ ਫੈਸਲਾ ਹੈ ਉਹਦਾ ਪ੍ਰਭਾਵ ਰਿਹਾ। ਉਂਝ ਵਿਕਰਮ ਸਾਹਨੀ ਵੀ ਇੱਕ ਪੰਜਾਬੀ ਨੇ, ਔਰ ਉਹਨਾਂ ਦਾ ਵੀ ਜਿਹੜਾ ਚੁਣਿਆ ਜਾਣਾ ਹੈ ਉਹਦੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ। ਉਹ ਵੀ ਸੱਭਿਆਚਾਰ ਦੇ ਖੇਤਰ 'ਚ ਪ੍ਰਸਿੱਧ ਨੇ, ਔਰ ਦੋਵੇਂ ਜੋੜੀਆਂ ਨੇ ਜਿਹੜੀਆਂ ਸਾਡੀਆਂ ਇਹ ਪਦਮ ਸ਼੍ਰੀ ਨੇ। ਸੋ ਦੋਨਾਂ ਦਾ ਹੀ ਜਿਹੜਾ ਚੁਣਿਆ ਜਾਣਾ ਉਹਦੀ ਤਾਰੀਫ ਕੀਤੀ ਗਈ ਹੈ, ਹਰ ਕਿਸੇ ਨੇ ਇਸ ਨੂੰ ਪਸੰਦ ਕੀਤਾ। ਔਰ ਕੁਝ ਫੈਸਲੇ ਜਿਵੇਂ ਵਿਜੇ ਸਿੰਗਲਾ ਖਾਸ ਤੌਰ ਤੇ ਕਰਪਸ਼ਨ ਦੇ ਐਲੀਗੇਸ਼ਨ ਆਏ ਤੇ ਭਗਵੰਤ ਮਾਨ ਨੇ ਉਹਨਾਂ ਨੂੰ ਬਰਖਾਸਤ ਕੀਤਾ। ਔਰ ਜਿਸ ਤਰ੍ਹਾਂ ਕੇਜਰੀਵਾਲ ਨੇ ਦਿੱਲੀ ਤੋਂ ਕਿਹਾ ਕਿ ਮੈਨੂੰ ਭਗਵੰਤ ਮਾਨ ਤੇ ਮਾਣ ਹੈ, ਮੇਰੀਆਂ ਅੱਖਾਂ 'ਚ ਹੰਝੂ ਆ ਗਿਆ। ਇਹ ਨਹੀਂ ਹੋ ਸਕਦਾ ਕਿ ਭਗਵੰਤ ਮਾਨ ਨਾਲ ਉਸ ਫੈਸਲੇ ਦੀ ਸਲਾਹ ਨਾ ਹੋਈ ਹੋਵੇ। ਬਿਨਾਂ ਸਲਾਹ ਤੋਂ ਭਗਵੰਤ ਮਾਨ ਹੁਣੀ ਉਹ ਫੈਸਲਾ ਨਹੀਂ ਕਰ ਸਕਦੇ ਸੀ, ਕਿਉਂਕਿ
ਇੱਕ ਮੰਤਰੀ ਮੰਡਲ ਦੇ ਸਾਥੀ ਨੂੰ ਬਰਖਾਸਤ ਕਰਨ ਦੀ ਗੱਲ ਸੀ, ਪਰ ਪ੍ਰਭਾਵ ਇਹ ਗਿਆ ਕਿ ਉਹ ਫੈਸਲਾ ਅਰਵਿੰਦ ਕੇਜਰੀਵਾਲ ਦੀ ਮਰਜ਼ੀ ਨਾਲ ਨਹੀਂ, ਭਗਵੰਤ ਮਾਨ ਦੀ ਮਰਜ਼ੀ ਨਾਲ ਹੋਇਆ। ਔਰ ਉਹਨੇ ਭਗਵੰਤ ਮਾਨ ਦਾ ਜਿਹੜਾ ਕੱਦ ਹੈ ਉਹਨੂੰ ਵੱਡਾ ਕੀਤਾ। ਔਰ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਅੱਜ ਸਥਿਤੀਆਂ ਨੇ ਜਿਹੜੀਆਂ ਪੰਜਾਬ 'ਚ, ਜਿਹੜੀਆਂ ਪਹਿਲੇ 10-15 ਦਿਨ ਸੀ ਜਦੋਂ ਲੱਗਦਾ ਸੀ ਲੋਕਾਂ ਨੂੰ ਕਿ ਭਗਵੰਤ ਮਾਨ ਹਰ ਫੈਸਲੇ ਨੂੰ ਮੰਨਣ ਲਈ ਮਜਬੂਰ ਨੇ, ਹੁਣ ਲੱਗ ਰਿਹਾ ਹੈ ਕਿ ਭਗਵੰਤ ਮਾਨ ਆਪਣੇ ਆਜ਼ਾਦਾਨਾ ਫੈਸਲੇ ਲੈ ਰਹੇ ਨੇ, ਭਾਵੇਂ ਉਹ ਅਫਸਰਾਂ ਦੀਆਂ ਟਰਾਂਸਫਰਸ ਹੋਣ, ਬਦਲੀਆਂ ਹੋਣ, ਉਹਨਾਂ ਦੇ ਵਿੱਚ ਬੜੀ ਆਸਾਨੀ ਨਾਲ ਫੈਸਲੇ ਕਰ ਰਹੇ ਨੇ। ਔਰ ਕਿਤੇ ਨਾ ਕਿਤੇ ਜਿਹੜੀ ਪੰਜਾਬ ਸਰਕਾਰ ਦਾ ਕੰਟਰੋਲ ਹੈ ਉਹ ਭਗਵੰਤ ਮਾਨ ਦੇ ਹੱਥ ਚੰਗੀ ਤਰ੍ਹਾਂ ਆ ਗਿਆ। ਔਰ ਮੈਨੂੰ ਇਹ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਨਾਲੋਂ ਵੀ ਚੰਗਾ ਜਿਹੜਾ ਕੰਟਰੋਲ ਹੈ ਸਰਕਾਰ ਦਾ, ਉਹ ਭਗਵੰਤ ਮਾਨ ਨੇ ਆਪਣੇ ਹੱਥਾਂ 'ਚ ਲੈ ਲਿਆ। ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਬਹੁਤ ਸਾਰੇ ਜਿਹੜੇ ਫੈਸਲੇ ਨੇ ਉਹ ਲਟਕਵੇਂ ਹੁੰਦੇ ਸੀ, ਭਗਵੰਤ ਮਾਨ ਵੇਲੇ ਫੈਸਲੇ ਹੋ ਰਹੇ ਨੇ, ਜਿਹੜੀ ਸਭ ਤੋਂ ਵੱਡੀ ਗੱਲ ਹੈ। ਔਰ ਕੱਲ ਜਿਹੜੀਆਂ ਗੱਲਾਂ ਆਈਆਂ ਕਿ ਮਾਈਨਿੰਗ ਦਾ ਟੀਚਾ, ਹਰਜੋਤ ਬੈਂਸ ਉਹਨਾਂ ਨੇ ਟਵੀਟ ਕੀਤਾ ਕਿ ਅਸੀਂ ਮਾਈਨਿੰਗ ਦਾ ਟੀਚਾ ਵੱਡਾ ਕਰ ਲਿਆ, ਅਸੀਂ ਮਾਈਨਿੰਗ ਵੱਧ ਕਰ ਪਿਛਲੀਆਂ ਸਰਕਾਰਾਂ ਨਾਲੋਂ। ਔਰ ਜਿਹੜੀ ਗੱਲ ਆਈ ਹੈ ਕਿ ਜਿਹੜਾ ਅਪ੍ਰੈਲ ਦਾ ਮਹੀਨਾ ਹੈ, ਜਿਹੜਾ ਪਿਛਲੇ ਸਾਲ ਅਪ੍ਰੈਲ ਸੀ 2021 ਦੀ, ਉਹਦੇ ਨਾਲੋਂ ਜਿਹੜਾ ਰੈਵਨਿਊ ਹੈ ਉਹਦੇ ਵਿੱਚ ਮਾਮੂਲੀ ਸੁਧਾਰ ਦਰਜ ਆਇਆ। ਸੋ ਕੈਪਟਨ ਅਮਰਿੰਦਰ ਦੇ ਜਿਹੜੇ ਪਿਛਲੇ ਸਾਲ ਅਪ੍ਰੈਲ ਮਹੀਨੇ ਤੱਕ ਦੀ ਪ੍ਰਾਪਤੀ ਸੀ ਉਹਦੇ ਮੁਕਾਬਲੇ ਜਿਹੜਾ ਆ 22 ਵਾਲਾ ਅਪ੍ਰੈਲ ਹੈ, ਇਹਦੇ 'ਚ ਰੈਵਨਿਊ ਵਧਿਆ ਸੂਬੇ ਦੀ ਸਰਕਾਰ ਦਾ, ਭਾਵੇਂ ਉਹ ਥੋੜਾ ਵਧਿਆ, ਲੇਕਿਨ ਇਹ ਇੱਕ ਹਾਂ ਪੱਖੀ ਹੁੰਗਾਰਾ ਇਸ ਗੱਲ ਦਾ ਪ੍ਰਤੀਕ ਬਣ ਰਿਹਾ ਕਿ ਭਗਵੰਤ ਮਾਨ ਦਾ ਕੰਟਰੋਲ ਵੀ ਸਰਕਾਰ ਤੇ ਚੰਗਾ ਬਣ ਰਿਹਾ ਔਰ ਭਗਵੰਤ ਮਾਨ ਪ੍ਰਸਿੱਧੀ ਵੀ ਖੱਟ ਰਹੇ ਨੇ। ਔਰ ਮੈਂ ਅੱਜ ਕਹਿ ਸਕਦਾ, ਇਹ ਹਾਲਾਂਕਿ ਹਰ ਵਿਅਕਤੀ ਦੀ ਇੱਕ ਆਪਣੀ ਨਿੱਜੀ ਰਾਏ ਹੋ ਸਕਦੀ ਹੈ, ਮੈਨੂੰ ਇਹ ਲੱਗਦਾ ਕਿ ਅੱਜ ਪੰਜਾਬ 'ਚ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲੋਂ ਜ਼ਿਆਦਾ ਪ੍ਰਸਿੱਧੀ ਖੱਟ ਰਹੇ ਨੇ। ਹਾਲਾਂਕਿ ਮਾਲਵੇ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ, ਉਹ ਇਸ ਗੱਲ ਦੀ ਪ੍ਰਤੀਕ ਪਹਿਲਾਂ ਹੀ ਸੀ ਕਿ ਭਗਵੰਤ ਮਾਨ ਦੀ ਪ੍ਰਸਿੱਧੀ ਬਹੁਤ ਹੈ ਮਾਲਵੇ ਦੇ ਵਿੱਚ। ਪਰ ਅੱਜ ਮੈਂ ਕਹਿ ਸਕਦਾ ਕਿ ਪੰਜਾਬ 'ਚ ਅਰਵਿੰਦ ਕੇਜਰੀਵਾਲ ਨਾਲੋਂ ਪ੍ਰਸਿੱਧੀ ਹੈ ਜਿਹੜੀ ਉਹ ਭਗਵੰਤ ਮਾਨ ਉਹਨਾਂ ਦੀ ਉੱਪਰ ਹੋ ਗਈ ਹੈ। ਪਰ ਨਾਲ ਸਵਾਲ ਵੀ ਖੜੇ ਨੇ। ਦੇਖੋ, ਜਿਹੜੀ ਪੋਲਿਟਿਕਸ ਹੈ, ਪੋਲਿਟਿਕਸ ਇੱਕ ਪਰਸੈਪਸ਼ਨ ਨਾਲ ਜੋੜ ਕੇ ਅੱਜ ਕੱਲ੍ਹ ਦੇਖਿਆ ਜਾਂਦਾ ਪੋਲਿਟਿਕਸ ਤੇ। ਹੁਣ ਇਹ ਨੈਰੇਟਿਵ ਤਾਂ ਬਣਿਆ ਭਗਵੰਤ ਮਾਨ ਦੇ ਬਾਰੇ, ਪਰ ਅਸੀਂ ਇੱਕ ਦੂਜਾ ਪੱਖ ਨਾ ਭੁੱਲੀਏ। ਅਸੀਂ ਇਹ ਹਮੇਸ਼ਾ ਯਾਦ ਰੱਖੀਏ ਕਿ 42% 43% ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਇਹਦਾ ਮਤਲਬ ਹੈ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਜਿਉਂਦੀਆਂ ਨੇ। ਵਿਰੋਧੀ ਧਿਰਾਂ ਦੇ ਲੀਡਰ ਭਾਵੇਂ ਸਾਨੂੰ ਲੱਗ ਰਿਹਾ ਕਿ ਕਮਜ਼ੋਰ ਹੋ ਗਏ, ਭਾਵੇਂ ਲੱਗ ਰਿਹਾ ਕਿ ਕਾਂਗਰਸ ਖਿੰਡ ਪੁੰਡ ਗਈ, ਭਾਵੇਂ ਲੱਗ ਰਿਹਾ ਕਿ ਅਕਾਲੀ ਦਲ ਸਿਰਫ 3 ਸੀਟਾਂ ਤੇ ਸਿਮਟ ਗਿਆ, ਭਾਵੇਂ ਇਹ ਵੀ ਲੱਗ ਰਿਹਾ ਕਿ ਬੀਜੇਪੀ ਦੀ ਓਡੀ ਗੱਲ ਨਹੀਂ ਹੈ, ਪਰ ਆਮ ਆਦਮੀ ਪਾਰਟੀ ਨੂੰ 42% ਦੇ ਹਿਸਾਬ ਦੇ ਨਾਲ 92 ਸੀਟਾਂ ਮਿਲੀਆਂ ਸੀ। ਸੋ ਇੱਕ ਬਹੁਤ ਵੱਡਾ ਹਿੱਸਾ ਉਹ ਸੀ ਜਿਹੜਾ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਗਿਆ। ਇਸ ਕਰਕੇ ਹੁਣ ਬਹੁਤ ਸਾਰੇ ਫੈਸਲੇ ਨੇ ਜਿਨ੍ਹਾਂ ਫੈਸਲਿਆਂ ਤੇ ਕਿੰਤੂ ਪ੍ਰੰਤੂ ਵੀ ਹੋ ਰਹੇ ਨੇ ਔਰ ਜਿਨ੍ਹਾਂ ਫੈਸਲਿਆਂ ਤੇ ਕਿੰਤੂ ਪ੍ਰੰਤੂ ਬਣਦੇ ਵੀ ਨੇ। ਹੁਣ ਡੈਮੋਕ੍ਰੇਸੀ ਆਵਾਜ਼ ਉੱਠਦੀ ਹੈ। ਹੁਣ ਜਿਹੜਾ ਸਕੂਲਾਂ ਦਾ ਮਾਮਲਾ, ਜਿਹੜਾ ਨੈਸ਼ਨਲ ਸਰਵੇਖਣ ਹੋਇਆ, ਉਹਦੇ 'ਚ ਪੰਜਾਬ ਦੇ ਸਕੂਲ ਅੱਗੇ ਆਏ, ਨੰਬਰ 1 ਦਿੱਲੀ ਦੇ ਮੁਕਾਬਲੇ। ਔਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਕਿ ਨਾ ਤਾਂ ਭਗਵੰਤ ਮਾਨ ਜੀ ਨੇ ਖੁੱਲ ਕੇ ਕੋਈ ਭਾਸ਼ਣ ਦਿੱਤਾ ਇਹਦੇ ਤੇ, ਨਾ ਵੀਡੀਓ ਜਾਰੀ ਕੀਤੀ, ਨਾ ਮੀਤ ਹੇਅਰ ਐਜੂਕੇਸ਼ਨ ਮਿਨਿਸਟਰ ਨੇ ਇਹਦੇ ਤੇ ਕੋਈ ਵੀਡੀਓ ਜਾਰੀ ਕੀਤੀ, ਨਾ ਕੋਈ ਭਾਸ਼ਣ ਕੀਤਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੀਤ ਹੇਅਰ ਉਹਨਾਂ ਨੇ ਵੀ ਖੁੱਲ ਕੇ ਕੋਈ ਵੀਡੀਓ ਨਹੀਂ ਜਾਰੀ ਕੀਤੀ, ਕੋਈ ਇੰਨਾ ਜ਼ਿਆਦਾ ਖੁਸ਼ੀ ਵਾਲਾ ਐਲਾਨ ਨਹੀਂ ਆਇਆ ਕਿ ਪੰਜਾਬ ਦੇ ਸਕੂਲ ਨੰਬਰ 1 ਰਹੇ ਨੇ ਪੂਰੇ ਦੇਸ਼। ਇਹ ਉਹ ਸਥਿਤੀ ਹੈ ਜਦੋਂ ਇੱਥੇ ਖੁੱਲਾਪਣ ਦਿਖਾਉਣਾ ਚਾਹੀਦਾ ਸੀ ਭਗਵੰਤ ਮਾਨ ਉਹਨਾਂ ਨੂੰ ਵੀ, ਮੀਤ ਹੇਅਰ ਨੂੰ ਵੀ, ਕਿਉਂਕਿ ਇਹ ਪੂਰਾ ਕ੍ਰੈਡਿਟ ਹੈ ਜਿਹੜਾ ਇਹ ਬਣਦਾ ਹੈ ਸਾਡੇ ਪੰਜਾਬ ਦੇ ਅਧਿਆਪਕਾਂ ਨੂੰ, ਸਾਡੇ ਵਿਦਿਆਰਥੀਆਂ ਨੂੰ ਔਰ ਪਿਛਲੀਆਂ ਸਾਰੀਆਂ ਸਰਕਾਰਾਂ ਨੂੰ। ਮੈਂ ਕਿਸੇ ਇੱਕ ਸਰਕਾਰ ਨੂੰ ਇਹਦਾ ਕ੍ਰੈਡਿਟ ਨਹੀਂ ਦਿੰਦਾ। ਇਹ ਪਿਛਲੇ 70 ਸਾਲਾਂ ਦੇ ਵਿੱਚ ਹੌਲੀ ਹੌਲੀ ਜਿਹੜਾ ਸਿੱਖਿਆ ਦੇ ਖੇਤਰ 'ਚ ਵਿਕਾਸ ਹੋਇਆ ਹੈ, ਇਹ ਉਹਨੂੰ ਜਾਂਦਾ ਹੈ। ਸੋ ਅਜਿਹੇ ਮਾਮਲਿਆਂ ਦੇ ਉੱਤੇ ਭਗਵੰਤ ਮਾਨ ਉਹਨਾਂ ਨੂੰ ਖੁੱਲ੍ਹਦਿਲੀ ਦਿਖਾਉਣ ਦੀ ਲੋੜ ਹੈ। ਜਿਵੇਂ ਬਾਕੀ ਹਰ ਚੀਜ਼ ਦੇ ਵਿੱਚ ਇਸ਼ਤਿਹਾਰ ਜਾਰੀ ਹੁੰਦੇ ਨੇ ਵੱਡੇ ਵੱਡੇ, ਅੱਜ ਲੋੜ ਸੀ ਕਿ ਅੱਜ ਪੰਜਾਬ ਦੇ ਸਕੂਲਾਂ ਦੇ ਇਸ਼ਤਿਹਾਰ ਦਿੱਲੀ ਤੱਕ ਵੀ ਜਾਂਦੇ। ਅੱਜ ਮੈਂ ਕਹਿ ਦਿੰਦਾ ਦਿੱਲੀ ਤੱਕ ਵੀ ਦੇ ਦਿੰਦੇ ਇਸ਼ਤਿਹਾਰ, ਜਿਹਦੇ ਵਿੱਚ ਧੰਨਵਾਦ ਕੀਤਾ ਹੁੰਦਾ ਸਾਡੇ ਸਾਰੇ ਅਧਿਆਪਕਾਂ ਦਾ, ਸਾਡੇ ਸਾਰੇ ਮੁਲਾਜ਼ਮਾਂ ਦਾ, ਸਾਡੇ ਸਾਰੇ ਵਿਦਿਆਰਥੀਆਂ ਦਾ। ਔਰ ਉਹਦੇ ਨਾਲ ਇੱਕ ਜਿਹੜੀ ਇੱਕ ਨੇੜਤਾ ਬਣਦੀ ਹੈ ਸਾਡੇ ਐਜੂਕੇਸ਼ਨਿਸਟ ਨਾਲ, ਮਾਹਰਾਂ ਦੇ ਨਾਲ, ਉਹਦੇ ਨਾਲ ਭਗਵੰਤ ਮਾਨ ਉਹਨਾਂ ਦੀ ਸਰਕਾਰ ਦੀ ਛਵੀ ਹੋਰ ਚੰਗੀ ਬਣਨੀ ਸੀ। ਕਿਸੇ ਵੀ ਸਰਕਾਰ ਦਾ ਕੰਮ ਕੀਤਾ ਹੋਵੇ
ਉਹਨੂੰ ਰਿਕੋਗਨੀਸ਼ਨ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। ਔਰ ਇਹਦੇ ਨਾਲ ਜਿਹੜਾ ਹਰਜੋਤ ਜੀ ਕੱਲ ਫੈਸਲਾ ਹੋਇਆ, ਕੱਲ ਬਹੁਤ ਸਾਰੇ ਲੋਕਾਂ ਦੀ ਸਿਕਿਉਰਿਟੀ ਵਾਪਸ ਲਈ ਗਈ, ਲਗਭਗ 424 ਦਾ ਅੰਕੜਾ ਹੈ। ਹੁਣ ਬਿਲਕੁਲ ਵਾਪਸ ਲਈ ਜਾਣੀ ਚਾਹੀਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਮੇਰਾ ਇਹ ਮੰਨਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਚਾਹੇ ਉਹ ਐਕਟਿੰਗ ਜਥੇਦਾਰ ਨੇ, ਸ਼੍ਰੀ ਅਕਾਲ ਤਖਤ ਸਾਹਿਬ ਸਿਰਮੌਰ ਸੰਸਥਾ ਹੈ ਸਿੱਖਾਂ ਦੀ, ਔਰ ਸਿਰਮੌਰ ਸੰਸਥਾ ਦੇ ਜਿਹੜੇ ਨੁਮਾਇੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਦੀ ਸਿਕਿਉਰਿਟੀ ਵਾਪਸ ਲੈਣ ਦਾ ਜਿਹੜਾ ਫੈਸਲਾ ਹੈ ਸਰਕਾਰ ਨੂੰ, ਮੈਨੂੰ ਲੱਗਦਾ ਹੈ ਇਹ ਕਿਤੇ ਨਾ ਕਿਤੇ ਸਰਕਾਰ ਕਾਹਲਪਣੇ 'ਚ ਫੈਸਲੇ ਕਰ ਗਈ। ਅਜਿਹੇ ਫੈਸਲਿਆਂ ਤੋਂ ਬਚਣ ਦੀ ਲੋੜ ਹੈ। ਜਦੋਂ ਤੁਸੀਂ ਸਿਕਿਉਰਿਟੀ ਰਿਵਿਊ ਕਰਦੇ ਹੋ ਤਾਂ ਜਿਹੜੇ ਬੜੇ ਸਤਿਕਾਰਯੋਗ ਤਖਤ ਨੇ, ਜਿਹੜੇ ਉਹਨਾਂ ਦੇ ਜਥੇਦਾਰ ਨੇ, ਜਿਹੜੇ ਉਹਨਾਂ ਦੇ ਨੁਮਾਇੰਦੇ ਹੈ, ਮੈਨੂੰ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਦੀ ਸੁਰੱਖਿਆ ਦੇ ਹੱਕਦਾਰ ਨੇ, ਕਿਉਂਕਿ ਉਹ ਇੱਕ ਜਮਾਤ ਨੂੰ, ਇੱਕ ਕੌਮ ਨੂੰ ਉਹਦੀ ਨੁਮਾਇੰਦਗੀ ਕਰਦੇ ਨੇ। ਔਰ ਅਗਰ ਕੋਈ MLA ਹੈ, ਉਹਦੇ ਲਈ ਤਾਂ ਤੁਸੀਂ ਗੱਡੀ ਵੀ ਹੈ ਤੇ ਮੁਲਾਜ਼ਮ ਵੀ ਨੇ ਸੁਰੱਖਿਆ, ਤੇ ਇਹ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਕਾਹਲਪਣੇ ਦੇ ਵਿੱਚ ਅਜਿਹੇ ਫੈਸਲੇ ਨਾ ਕਰੀਏ, ਕਿਉਂਕਿ ਇਹਦੇ ਦੂਰਗਾਮੀ ਨਤੀਜੇ ਆਉਂਦੇ ਨੇ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੀਆਂ ਸਾਡੀਆਂ ਬਹੁਤ ਮਾਣਮੱਤੀਆਂ ਸੰਸਥਾਵਾਂ ਨੇ, ਉਹਨਾਂ ਸੰਸਥਾਵਾਂ ਦੇ ਜਿਹੜੇ ਮੁਖੀ ਨੇ, ਅਗਰ ਉਹਨਾਂ ਦੀ ਤੁਸੀਂ ਸਿਕਿਉਰਿਟੀ ਵਧਾਉਣੀ ਹੈ, ਘਟਾਉਣੀ ਹੈ, ਉਹਨੂੰ ਰਿਵਿਊ ਕਰਨਾ ਹੈ, ਇਹ ਬਹੁਤ ਗੁਪਤ ਤੌਰ ਤੇ ਕੀਤੇ ਜਾਣ ਵਾਲੇ ਫੈਸਲੇ ਹੋਣੇ ਚਾਹੀਦੇ ਨੇ। ਹਾਂ, ਆਮ ਲੋਕ ਨੇ, ਜਿਹੜੇ ਕੋਈ MLA ਨੇ, ਕੋਈ ਮੰਤਰੀ ਨੇ, ਉਹਨਾਂ ਦੀ ਤੁਸੀਂ ਸਿਕਿਉਰਿਟੀ ਘਟਾਉਣੇ ਹੋ, ਵਧਾਉਣੇ ਹੋ, ਉਹਦੇ ਲਈ ਤਾਂ ਤੁਸੀਂ ਨੀਤੀਗਤ ਫੈਸਲਾ ਕਿਸੇ ਵੀ ਰੂਪ 'ਚ ਲੈ ਲਓ, ਕਿਉਂਕਿ ਸਰਕਾਰ ਤਾਂ ਖਬਰਾਂ ਲੀਕ ਨਹੀਂ ਕਰਦੀ ਨਾ, ਇਹ ਸੂਚੀ ਸਰਕਾਰ ਲੀਕ ਨਹੀਂ ਕਰਦੀ, ਇਹ ਤਾਂ ਪੱਤਰਕਾਰਾਂ ਦੀ ਹਿੰਮਤ ਹੁੰਦੀ ਹੈ ਹਰਜੋਤ ਜੀ। ਉਹ ਪੱਤਰਕਾਰ ਸੂਚੀ ਕੱਢ ਲਿਆਉਂਦੇ ਆ ਕਿਤੋਂ ਨਾ ਕਿਤੋਂ, ਤੇ ਬਾਅਦ 'ਚ ਸੋਸ਼ਲ ਮੀਡੀਆ 'ਚ ਚੀਜ਼ਾਂ ਵਾਇਰਲ ਹੋ ਜਾਂਦੀਆਂ ਨੇ। ਪਰ ਫਿਰ ਵੀ ਜਿੱਥੋਂ ਤੱਕ ਗੱਲ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਸਾਡੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ, ਉਹਨਾਂ ਦੇ ਮੁਖੀ ਨੇ, ਜਾਂ ਜਿਹੜੀਆਂ ਸਾਡੀਆਂ ਕੌਂਸਟੀਟਿਊਸ਼ਨਲ ਪੋਸਟਾਂ ਨੇ, ਉਹਨਾਂ ਦੇ ਲੋਕ ਨੇ, ਇਹਨਾਂ ਸਾਰੇ ਲੋਕਾਂ ਦੀ ਸਿਕਿਉਰਿਟੀ ਅਗਰ ਘਟਾਉਣੀ ਹੈ, ਵਧਾਉਣੀ ਹੈ, ਇਹ ਬਹੁਤ ਇੱਕ ਸੀਕ੍ਰੇਟ ਅਫੇਅਰ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਸਾਵਧਾਨੀ ਪੂਰਵਕ ਸੋਚਿਆ ਜਾਣਾ ਫੈਸਲਾ, ਲਿਆ ਜਾਣਾ ਫੈਸਲਾ ਹੋਣਾ ਚਾਹੀਦਾ ਹੈ। ਔਰ ਮੈਂ ਦੇਖ ਰਿਹਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿਕਿਉਰਿਟੀ ਜਦੋਂ ਵਾਪਸ ਲਈ ਗਈ, ਮੈਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਸਿੱਖ ਆਗੂ ਨੇ ਹਰਜੋਤ ਜੀ ਇਹਦੇ ਤੇ ਕੀ ਆਪਣਾ ਪ੍ਰਤੀਕਰਮ ਰੱਖਦੇ ਨੇ। ਔਰ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦਾ ਕਿ ਜਿਹੜੇ ਵੱਡੇ ਆਗੂ ਨੇ, ਹੁਣ ਇਹਨਾਂ ਦੇ ਵਿੱਚੋਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ, ਬਾਬਾ ਹਰਨਾਮ ਸਿੰਘ ਧੁੰਮਾ ਨੇ, ਜਸਵੀਰ ਸਿੰਘ ਰੋਡੇ ਨੇ, ਔਰ ਵੱਖ-ਵੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ, ਜਾਂ ਹੋਰ ਬਹੁਤ ਸਾਰੇ ਸਿੱਖ ਸੰਸਥਾਵਾਂ ਨਾਲ ਜੁੜੇ ਜਿਹੜੇ ਬੁੱਧੀਜੀਵੀ ਹੈ, ਇਹ ਗੱਲ ਕਿਸੇ ਨੂੰ ਵੀ ਜ਼ਿਆਦਾ ਚੰਗੀ ਨਹੀਂ ਲੱਗੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿਕਿਉਰਿਟੀ ਨੂੰ ਇਸ ਤਰੀਕੇ ਨਾਲ ਵਾਪਸ ਲੈ ਲਿਆ ਜਾਏ। ਹੁਣ ਜੋ ਪਤਾ ਲੱਗਿਆ, ਉਹਨਾਂ ਕੋਲੇ ਮੇਰਾ ਖਿਆਲ ਸਿਕਿਉਰਿਟੀ ਦੇ, ਚਲੋ ਜਿੰਨੇ ਵੀ ਮੁਲਾਜ਼ਮ ਸੀ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰਦਾ, ਪਰ ਜਦੋਂ ਸਰਕਾਰ ਤੱਕ ਇਹ ਗੱਲ ਪਹੁੰਚੀ, ਅਕਾਲੀ ਦਲ ਨੇ ਵੀ ਇਹਦਾ ਵਿਰੋਧ ਕੀਤਾ ਬਕਾਇਦਾ, ਦਲਜੀਤ ਸਿੰਘ ਚੀਮਾ ਉਹਨਾਂ ਦਾ ਬਿਆਨ ਆਇਆ, ਔਰ ਕਈ ਅਕਾਲੀ ਲੀਡਰਾਂ ਨੇ ਇਹਦੇ ਤੇ ਟਵੀਟ ਕੀਤੇ, ਕਿਸੇ ਨੇ ਫੇਸਬੁੱਕ ਤੇ ਲਿਖਿਆ। ਉਸ ਤੋਂ ਬਾਅਦ ਇਹ ਵੀ ਅਖਬਾਰਾਂ ਦੇ ਵਿੱਚ ਰਿਪੋਰਟ ਆਈ ਹਰਜੋਤ ਜੀ ਕਿ ਸਰਕਾਰ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਕਿਉਰਿਟੀ ਵਾਪਸ ਲਈ ਸੀ, ਉਹ ਵਾਪਸ ਲੈਣ ਦੇ ਫੈਸਲੇ ਨੂੰ ਰੱਦ ਕਰਤਾ, ਉਹਨਾਂ ਦੀ ਸਿਕਿਉਰਿਟੀ ਬਹਾਲ ਰੱਖਣ ਦੀ ਗੱਲ ਕੀਤੀ। ਔਰ ਬਾਅਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਹਿ ਦਿੱਤਾ ਕਿ ਸਾਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਨਹੀਂ ਚਾਹੀਦੀ। ਔਰ ਦੇਖੋ, ਇਹ ਵੀ ਕਿਤੇ ਨਾ ਕਿਤੇ ਕਿੱਡੀ ਇੱਕ ਪੰਜਾਬ ਸਰਕਾਰ ਦੇ ਲਈ, ਮੈਂ ਕਹੂੰਗਾ, ਇਹ ਨਮੋਸ਼ੀ ਵਾਲੀ ਗੱਲ ਬਣਦੀ ਹੈ। ਇਹਦੇ ਨਾਲ ਹੁੰਦਾ ਕੀ ਹੈ, ਇਹਦੇ ਨਾਲ ਜਿਹੜੇ ਸਾਡੇ ਵੱਡੇ ਧਾਰਮਿਕ ਅਦਾਰੇ ਨੇ, ਸਾਡੀ ਸਰਕਾਰ ਹੈ, ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਇੱਕ ਨਾਖੁਸ਼ੀ ਵਾਲਾ ਵਾਤਾਵਰਣ ਪੈਦਾ ਹੁੰਦਾ ਹੈ। ਅੱਜ ਭਾਵੇਂ ਇਹਦਾ ਸਾਨੂੰ ਕੋਈ ਨਕਾਰਾਤਮਕ ਅਸਰ ਨਹੀਂ ਦਿਖ ਰਿਹਾ, ਲੇਕਿਨ ਭਵਿੱਖ ਦੇ ਵਿੱਚ ਅਜਿਹੇ ਫੈਸਲਿਆਂ ਦੇ ਨਾਲ ਸਰਕਾਰ ਔਰ ਜਿਹੜੀਆਂ ਸਾਡੀਆਂ ਕੌਮਾਂ ਦੇ ਨੁਮਾਇੰਦੇ ਨੇ, ਉਹਨਾਂ ਦੇ ਵਿੱਚ ਫਾਸਲੇ ਨਜ਼ਰ ਆਉਂਦੇ ਨੇ। ਤੇ ਉਹ ਫਾਸਲੇ ਫਿਰ ਸਾਨੂੰ ਕਦੋਂ ਮਹਿਸੂਸ ਹੁੰਦੇ ਨੇ? ਜਦੋਂ ਕੋਈ ਵੱਡੇ ਦਿਨ ਮਨਾਉਣੇ ਹੁੰਦੇ ਨੇ। ਜਦੋਂ ਕੋਈ ਵੱਡੇ ਦਿਨ ਮਨਾਉਣੇ ਹੁੰਦੇ ਨੇ, ਉਦੋਂ ਸਾਡੇ ਸਾਰੀਆਂ ਧਾਰਮਿਕ ਸੰਸਥਾਵਾਂ ਔਰ ਸਾਡੀਆਂ ਸਰਕਾਰਾਂ ਇਕੱਠੀਆਂ ਦਿਖਣੀਆਂ ਚਾਹੀਦੀਆਂ ਨੇ। ਪਿੱਛੇ ਜੇ ਰਿਵਾਜ ਚੱਲਦਾ ਹੁੰਦਾ ਸੀ ਹਰਜੋਤ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਮਾਗਮ ਬਹੁਤ ਸਾਰੇ ਅਲੱਗ ਕਰਦੀ ਸੀ, ਸਰਕਾਰ ਅਲੱਗ ਕਰਦੀ ਸੀ, ਉਦੋਂ ਇਹ ਡਿਬੇਟ ਹੁੰਦੀ ਸੀ
ਕਿ ਸਰਕਾਰਾਂ ਨੂੰ, ਧਾਰਮਿਕ ਅਦਾਰਿਆਂ ਨੂੰ ਇਕੱਠੇ ਸਮਾਗਮ ਕਰਨੇ ਚਾਹੀਦੇ ਨੇ। ਉਹ ਜਿਹੜਾ ਵਖਰੇਵੇਂ ਦਾ ਜਿਹੜਾ ਟ੍ਰੈਂਡ ਪੈਦਾ ਹੁੰਦਾ ਨਾ ਜੀ, ਉਹ ਇਸ ਤਰੀਕੇ ਦੇ ਫੈਸਲਿਆਂ ਤੋਂ ਪੈਦਾ ਹੁੰਦਾ। ਸੋ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਉਹਨਾਂ ਨੂੰ ਜ਼ਰੂਰ ਆਪਣੇ ਅਫਸਰਾਂ ਨੂੰ ਹੁਕਮ ਦੇਣੇ ਚਾਹੀਦੇ ਨੇ ਕਿ ਜਿਹੜੀਆਂ ਮਾਨਮੱਤੀਆਂ ਸ਼ਖਸੀਅਤਾਂ ਨੇ, ਜਿਹੜੀਆਂ ਧਾਰਮਿਕ ਸ਼ਖਸੀਅਤਾਂ ਨੇ, ਉਹਨਾਂ ਦੀ ਸੁਰੱਖਿਆ ਨਾਲ ਜੁੜੇ ਜਿਹੜੇ ਵੀ ਫੈਸਲੇ ਨੇ ਉਹਨਾਂ ਨੂੰ ਅਤੀ ਗੁਪਤ ਰੱਖਿਆ ਜਾਵੇ। ਕਿਉਂਕਿ ਉਹ ਦੇਖੋ, ਇੱਕ ਪਾਸੇ ਤਾਂ ਅਸੀਂ ਸਰਹੱਦੀ ਸੂਬਾ, ਇੱਕ ਪਾਸੇ ਤਾਂ ਬਾਰਡਰ ਸਿਕਿਉਰਿਟੀ ਫੋਰਸ ਅਸੀਂ 50 ਕਿਲੋਮੀਟਰ 'ਚ ਲਿਆਏ, ਇੱਕ ਪਾਸੇ ਤਾਂ ਸੂਬੇ ਦੀ ਸਰਕਾਰ ਕੇਂਦਰ ਤੋਂ ਰਿਜ਼ਰਵ ਬਟਾਲੀਅਨ ਮੰਗ ਰਹੀ ਹੈ, 10 ਕੰਪਨੀਆਂ ਆ ਗਈਆਂ, ਔਰ ਪੰਜਾਬ ਦੀ ਸਰਕਾਰ ਮੰਨਦੀ ਹੈ ਕਿ ਸਾਨੂੰ ਸਰਹੱਦ ਪਾਰ ਤੋਂ ਖਤਰਾ ਹੈ, ਪਾਕਿਸਤਾਨ ਤੋਂ ਖਤਰਾ ਹੈ, ਡਰੋਨ ਦੇ ਹਮਲੇ ਹੋ ਰਹੇ ਨੇ। ਫਿਰ ਅਜਿਹੇ ਜਿਹੜੇ ਸਾਡੀਆਂ ਕੌਮ ਨੂੰ ਨੁਮਾਇੰਦਾ ਰਿਪਰੈਜ਼ੈਂਟ ਕਰਨ ਵਾਲੇ ਜਿਹੜੇ ਨੁਮਾਇੰਦੇ ਨੇ, ਉਹਨਾਂ ਦੀ ਸੁਰੱਖਿਆ ਇਹ ਆਸਾਨ ਵਿਸ਼ਾ ਨਹੀਂ ਹੈ। ਮਹਿਜ਼ ਇਹ ਕਹਿ ਦੇਣਾ ਕਿ ਇਹਨਾਂ ਲੋਕਾਂ ਦੀ ਸੁਰੱਖਿਆ ਨੂੰ ਖਤਰਾ ਨਹੀਂ ਸੀ ਤੇ ਅਸੀਂ ਸਿਕਿਉਰਿਟੀ ਵਾਪਸ ਲੈ ਲਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਨੂੰ ਜੇ ਰਿਵਿਊ ਕੀਤਾ ਜਾਵੇ ਤੇ ਮੈਨੂੰ ਲੱਗਦਾ ਹੈ ਅਗਰ ਸਰਕਾਰ ਨਵੇਂ ਸਿਰੇ ਤੋਂ ਰਿਵਿਊ ਕਰੇ ਤੇ ਸਰਕਾਰ ਨੇ ਤਾਂ ਹੀ ਦੁਬਾਰਾ ਕਹਿ ਦਿੱਤਾ ਕਿ ਅਸੀਂ ਸਿਕਿਉਰਿਟੀ ਬਹਾਲ ਕਰਦੇ ਹਾਂ, ਮੈਨੂੰ ਲੱਗਦਾ ਸਰਕਾਰ ਸਮਝ ਗਈ ਹੋਣੀ ਹੈ ਵੀ ਕਿਤੇ ਨਾ ਕਿਤੇ ਜਿਹੜਾ ਫੈਸਲਾ ਕਿਸੇ ਵੀ ਪੱਧਰ ਦੇ ਉੱਤੇ ਇਹਦੇ ਵਿੱਚ ਕਮੀ ਰਹਿ ਗਈ, ਫੈਸਲੇ ਨੂੰ ਹੋਰ ਚੰਗੇ ਤਰੀਕੇ ਨਾਲ ਕੀਤਾ ਜਾ ਸਕਦਾ ਸੀ। ਸੋ ਇਹ ਬੜੇ ਸੰਵੇਦਨਸ਼ੀਲ ਜੇ ਮੁੱਦੇ ਨੇ। ਮੈਂ ਇਸ਼ਾਰਿਆਂ ਦੇ ਵਿੱਚ ਕਈ ਪੁਆਇੰਟਸ ਨੇ ਜਿਹੜੇ ਉਹ ਡਿਸਕਸ ਕਰਨੇ ਚਾਹ ਰਿਹਾ ਸੀ। ਸੋ ਇਹ ਜਿਹੜੀਆਂ ਕੁਤਾਹੀਆਂ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦੂਰ ਕੀਤੇ ਜਾਣਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਪੋਲੀਟੀਕਲ ਜਮਾਤ ਦੀ ਸਿਕਿਉਰਿਟੀ ਦੀ ਗੱਲ ਹੈ, ਜਿਨ੍ਹਾਂ ਨੂੰ ਜ਼ਰੂਰੀ ਹੈ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਣੀ ਚਾਹੀਦੀ। ਔਰ ਮੈਂ ਅੱਗੇ ਵੀ ਗੱਲ ਕੀਤੀ ਸੀ ਹਰਜੋਤ ਜੀ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਕਾਇਦਾ ਕਾਨੂੰਨ ਬਣਾ ਦਿੱਤਾ ਜਾਣਾ ਚਾਹੀਦਾ ਹੈ ਔਰ ਸਿਕਿਉਰਿਟੀ ਦਾ ਇੱਕ ਪ੍ਰੋਟੋਕਾਲ ਫਿਕਸ ਕਰ ਦਿੱਤਾ ਜਾਣਾ ਚਾਹੀਦਾ ਹੈ ਕਿ ਅਗਰ ਕੋਈ ਸਾਬਕਾ ਐਮਐਲਏ ਰਹੂਗਾ ਤੇ ਉਹਦੇ ਨਾਲ ਕਿੰਨੇ ਸਾਲ ਸਿਕਿਉਰਿਟੀ ਰਹੂਗੀ, ਕਿਉਂਕਿ ਸਾਰੀ ਜ਼ਿੰਦਗੀ ਤਾਂ ਉਹਨਾਂ ਨੂੰ ਖਤਰਾ ਨਹੀਂ ਹੋਏਗਾ ਨਾ। ਪਰ ਅਗਰ ਕੁਝ ਅਜਿਹੇ ਲੋਕ ਹੋਣਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੋਈ ਅਜਿਹੇ ਕੰਮ ਕੀਤੇ ਨੇ ਕਿ ਉਹਨਾਂ ਨੂੰ ਬਹੁਤ ਲੰਮੇ ਸਮੇਂ ਤੱਕ ਜਾਨ ਦੇ ਖਤਰੇ ਨੇ, ਕਿਸੇ ਨੇ ਅੱਤਵਾਦੀਆਂ ਨਾਲ ਲੜਾਈ ਲੜੀ, ਪੰਗਾ ਲਿਆ, ਤੇ ਅਜਿਹੇ ਲੋਕਾਂ ਦੀ ਸਿਕਿਉਰਿਟੀ ਨੂੰ ਉਸ ਕਾਨੂੰਨ ਦੇ ਜ਼ਰੀਏ ਰਿਵਿਊ ਕੀਤਾ ਜਾਵੇ। ਇਹ ਨਹੀਂ ਵੀ ਅਗਰ ਕਾਂਗਰਸ ਦੀ ਸਰਕਾਰ ਆਈ ਹੈ ਤੇ ਜਿਹੜੇ ਪੁਲਿਸ ਮਹਿਕਮੇ ਦੀ ਰਿਵਿਊ ਕਮੇਟੀ ਹੈ ਉਹ ਉਹਨਾਂ ਨੂੰ ਖਤਰੇ 'ਚ ਮੰਨ ਲਏ ਤੇ ਬਾਕੀ ਸਾਰਿਆਂ ਨੂੰ ਖਤਰੇ ਮੁਕਤ ਕਰ ਦੇ। ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਮਤਲਬ ਕਿ ਸਿਰਫ ਸੱਤਾਧਾਰੀਆਂ ਨੂੰ ਖਤਰਾ ਹੋਊਗਾ, ਅਜਿਹਾ ਨਹੀਂ ਹੈ। ਹਾਂ, ਸਿਕਿਉਰਿਟੀ ਫੈਸ਼ਨ ਨਹੀਂ ਹੈ, ਪਰ ਇਹਦੇ ਤੇ ਕਾਨੂੰਨ ਹੋਣਾ ਚਾਹੀਦਾ, ਇੱਕ ਪ੍ਰੋਟੋਕਾਲ ਹੋਣਾ ਚਾਹੀਦਾ। ਸਭ ਨੂੰ ਸਿਕਿਉਰਿਟੀ ਦਿੱਤੀ ਨਾ ਜਾਵੇ ਔਰ ਜਿਨ੍ਹਾਂ ਨੂੰ ਸਿਕਿਉਰਿਟੀ ਦਿੱਤੀ ਜਾਣੀ ਹੈ ਉਹਦੇ ਪਿੱਛੇ ਤਰਕ ਹੋਵੇ, ਉਹਦੇ ਪਿੱਛੇ ਠੋਸ ਕਾਰਨ ਹੋਣ ਤੇ ਫਿਰ ਇੱਕ ਦਿਨ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਵਿਡਰਾ ਨਾ ਕਰ ਲਈ ਜਾਵੇ ਔਰ ਉਹਦੇ ਲਈ ਬਕਾਇਦਾ ਸਮਾਂ ਦਿੱਤਾ ਜਾਣਾ ਚਾਹੀਦਾ ਤਾਂ ਕਿ ਉਹ ਲੋਕ ਆਪਣੀ ਪ੍ਰਾਈਵੇਟ ਸਿਕਿਉਰਿਟੀ ਦਾ ਇੰਤਜ਼ਾਮ ਕਰ ਲੈਣ ਅਗਰ ਉਹਨਾਂ ਦੀ ਸਿਕਿਉਰਿਟੀ ਸਰਕਾਰ ਨੇ ਵਾਪਸ ਲੈਣੀ ਹੈ। ਕਿਉਂਕਿ ਸਾਡੇ ਰਿਵਾਜ ਕੀ ਹੈ ਕਿ ਹੁਕਮ ਹੋ ਜਾਂਦਾ ਹੈ ਕਿ ਸ਼ਾਮ ਨੂੰ ਤੁਹਾਡੀ ਸਿਕਿਉਰਿਟੀ ਹੈ ਜਿਹੜੀ ਤੁਸੀਂ ਵਾਪਸ ਆ ਜਾਓ। ਅਜਿਹੇ ਫੈਸਲੇ ਵੀ ਨਹੀਂ ਹੋਣੇ ਚਾਹੀਦੇ, ਸਾਡੀ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਦੇ ਆ। ਬਿਲਕੁਲ ਸਹੀ ਕਿਹਾ ਤੁਸੀਂ ਕਿ ਜੋ ਵੀ ਸਰਕਾਰ ਫੈਸਲੇ ਲਵੇ ਇੱਕ ਵਾਰੀ ਲੌਂਗ ਟਰਮ ਪੂਰਾ ਸੋਚ ਕੇ, ਸਭ ਦੇ ਨੈਗੇਟਿਵ ਤੇ ਪੋਜ਼ਿਟਿਵ ਸੋਚ ਕੇ ਹੀ ਜੋ ਹੈ ਫੈਸਲੇ ਲੈਣੇ ਚਾਹੀਦੇ ਨੇ। ਇਹ ਨਹੀਂ ਕਿ ਅਸੀਂ ਇੱਕ ਵਾਰੀ ਫੈਸਲੇ ਕਰੀਏ ਉਸ ਤੋਂ ਬਾਅਦ ਅਸੀਂ ਫੈਸਲੇ ਨੂੰ ਵਾਪਸ ਲੈ ਲਈਏ। ਉਸ ਦੇ ਨਾਲ ਜੋ ਹੈ ਸਰਕਾਰ ਦੀ ਡਿਸੀਜਨ ਲੈਣ ਦੀ ਪਾਵਰ ਦੀ ਜੋ ਕਮਜ਼ੋਰੀ ਜੋ ਹੈ ਜ਼ਾਹਿਰ ਹੁੰਦੀ ਹੈ। ਸੋ ਵਾਕਈ ਪਰ ਅਸੀਂ ਅਗਰ ਗੱਲ ਕਰੀਏ ਪੰਜਾਬ ਸਰਕਾਰ ਦੇ ਲਗਭਗ ਇਹਨਾਂ 2.5 ਮਹੀਨਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ, ਕਈਆਂ ਦੀ ਸ਼ਲਾਘਾ ਹੋ ਰਹੀ ਹੈ। ਖਾਸ ਤੌਰ ਤੇ ਅਗਰ ਆਪਾਂ ਰਾਜ ਸਭਾ ਮੈਂਬਰਾਂ ਦੇ 2 ਸੀਟਾਂ ਦੀ ਜਿਹੜੀ ਅਗਰ ਗੱਲ ਕਰੀਏ, ਬਹੁਤ ਨਜ਼ਰਾਂ ਸੀ ਸਭ ਦੀਆਂ ਕਿ ਕਿਸ ਨੂੰ ਹੁਣ ਇੱਥੋਂ ਕਿਸ ਦਾ ਨਾਮ ਐਲਾਨਿਆ ਜਾਏਗਾ। ਤੇ ਅਜਿਹੇ ਵਿੱਚ ਭਗਵੰਤ ਮਾਨ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਦਮ ਸ਼੍ਰੀ ਸੰਤ ਸੀਚੇਵਾਲ ਜੀ ਜਾਂ ਪਦਮ ਸ਼੍ਰੀ ਵਿਕਰਮਜੀਤ ਸਾਹਨੀ ਦਾ ਨਾਮ ਐਲਾਨਿਆ ਜਾਣਾ ਕਿਤੇ ਨਾ ਕਿਤੇ ਉਹਨਾਂ ਦੀ ਫੈਸਲੇ ਦੀ ਪਾਵਰ ਦੀ ਮਜ਼ਬੂਤੀ ਦਿਖਾਉਂਦਾ ਹੈ ਕਿ ਵਾਕਈ ਉਹਨਾਂ ਨੇ ਪੰਜਾਬ ਦੇ ਲਈ ਇੱਕ ਵਧੀਆ ਚੋਣ ਕੀਤੀ ਹੈ। ਪਰ ਨਾਲ ਹੀ ਜਿਵੇਂ ਆਪਾਂ ਸੁਰੱਖਿਆ ਦੇ ਮਾਮਲੇ ਤੇ ਗੱਲਾਂ ਕਰ ਰਹੇ ਹਾਂ ਤੇ ਇਹ ਵੀ ਸਵਾਲ ਖੜੇ ਬਹੁਤ ਕਰ ਦਿੰਦਾ ਹੈ। ਪਰ ਅਗਰ ਆਪਾਂ ਇੱਕ ਗੱਲ ਦੇਖੀਏ ਕਿ ਫੈਸਲੇ ਜਿਸ ਤਰ੍ਹਾਂ ਲਏ ਜਾ ਰਹੇ ਨੇ, ਕਈਆਂ ਦੀ ਸ਼ਲਾਘਾ ਹੋ ਰਹੀ ਹੈ, ਕਈਆਂ ਤੇ ਕਿੰਤੂ ਪਰੰਤੂ ਵੀ ਹੋ ਰਹੇ ਨੇ, ਕੀ ਲੱਗਦਾ ਹੈ ਇਹ ਤਾਂ ਛਾਪ ਚਲੋ ਦੂਰ ਹੋ ਚੁੱਕੀ ਹੈ ਕਿ ਜੋ ਫੈਸਲੇ ਨੇ ਦਿੱਲੀ ਤੋਂ ਨਹੀਂ ਹੋ ਰਹੇ, ਕੇਜਰੀਵਾਲ ਤੋਂ ਨਹੀਂ ਹੋ ਰਹੇ, ਭਗਵੰਤ ਮਾਨ ਖੁਦ ਜੋ ਹੈ ਫੈਸਲੇ ਲੈ ਰਹੇ ਨੇ। ਪਰ ਫਿਰ ਵੀ ਕੀ ਲੱਗਦਾ ਹੈ ਕਿ ਕਿਸ ਦੀਆਂ ਸਲਾਹਾਂ ਦੇ ਉੱਤੇ ਜਾਂ ਕੀ ਕੋਈ ਟੀਮ, ਕਿਸ ਤਰ੍ਹਾਂ ਦੀ ਟੀਮ ਉਹਨਾਂ ਦੇ ਨਾਲ ਹੈ, ਕਿਸ ਦੀਆਂ ਸਲਾਹਾਂ ਦੇ ਉੱਪਰ ਇਹ ਫੈਸਲੇ ਲਏ ਜਾ ਰਹੇ ਨੇ ਪੰਜਾਬ ਦੇ ਲਈ? ਦੇਖੋ ਹਰਜੋਤ ਜੀ, ਮੋਟੇ ਤੌਰ ਤੇ ਮੈਂ ਇਸ ਗੱਲ ਤੇ ਪਹੁੰਚ ਸਕਦਾ ਜਿਸ ਤਰ੍ਹਾਂ ਦੀਆਂ ਮੈਂ ਚਰਚਾਵਾਂ ਸੁਣਦਾ ਕਿ ਇੱਕ ਤਾਂ ਕੁਝ ਖਾਸ ਰਿਪਰੈਜ਼ੈਂਟੇਟਿਵਸ ਨੇ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ, ਅਹੁਦੇਦਾਰ ਨੇ, ਕਿਉਂਕਿ ਹਰ ਜਿਹੜੀ ਪੋਲੀਟੀਕਲ ਪਾਰਟੀ ਹੈ ਉਹਦੀ ਆਪਣੀ ਵਿਵਸਥਾ ਹੁੰਦੀ ਹੈ।
ਅਕਾਲੀ ਦਲ 'ਚ ਵੀ ਇਹ ਕਿਹਾ ਜਾਂਦਾ ਸੀ ਕਿ ਜਿੰਨੇ ਫੈਸਲੇ ਹੁੰਦੇ ਨੇ ਅਕਾਲੀ ਦਲ ਦੇ ਕੁਝ ਖਾਸ ਲੀਡਰ ਨੇ, ਪ੍ਰਕਾਸ਼ ਸਿੰਘ ਬਾਦਲ ਹੈ, ਸੁਖਬੀਰ ਬਾਦਲ ਹੈ, ਬਿਕਰਮ ਜੀ ਮਜੀਠੀਆ ਹੈ, ਹਰਸਿਮਰਤ ਕੌਰ ਬਾਦਲ ਨੇ, ਜਾਂ ਕੁਝ ਖਾਸ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਵਿੱਚੋਂ ਹਰਚਰਨ ਬੈਂਸ ਵੀ ਹੈ, ਡਾਕਟਰ ਦਲਜੀਤ ਸਿੰਘ ਚੀਮਾ ਵੀ ਹੈ, ਪ੍ਰੇਮ ਸਿੰਘ ਚੰਦੂ ਮਾਜਰਾ ਵੀ ਹੈ, ਤੋਤਾ ਸਿੰਘ ਵੀ ਸੀਗੇ, ਬ੍ਰਹਮ ਮਹਿੰਦਰਾ ਵੀ, ਮਾਫ ਕਰਨਾ, ਰਣਜੀਤ ਸਿੰਘ ਬ੍ਰਹਮਪੁਰਾ ਵੀ ਸੀ, ਔਰ ਕਿਸੇ ਵੇਲੇ ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਬੇਟੇ ਹੁਣ ਆਮ ਆਦਮੀ ਪਾਰਟੀ ਤੋਂ ਆ ਗਏ ਨੇ। ਸੋ ਬਹੁਤ ਸਾਰੇ ਲੋਕਾਂ ਦੀ ਸ਼ਮੂਲੀਅਤ ਫੈਸਲੇ 'ਚ ਹੁੰਦੀ ਸੀ, ਕੁਝ ਪ੍ਰਭਾਵਸ਼ਾਲੀ ਲੀਡਰ ਹੁੰਦੇ ਨੇ। ਲੇਕਿਨ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਵਿੱਚ ਵਿਵਸਥਾ ਬਿਲਕੁਲ ਡਿਫਰੈਂਟ ਹੈ। ਆਮ ਆਦਮੀ ਪਾਰਟੀ ਦੇ ਵਿੱਚ ਜ਼ਿਆਦਾਤਰ ਫੈਸਲੇ ਸੰਗਠਨ ਦੀ ਇਕਾਈ ਕਰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਸਰਕਾਰ 'ਚ ਜਿਹੜੇ ਮੰਤਰੀ ਨੇ ਜ਼ਿਆਦਾਤਰ ਫੈਸਲੇ ਉਹ ਮੰਤਰੀ ਕਰਦੇ ਹੋਣਗੇ। ਫੈਸਲੇ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਜਿਹੜੀ ਕੇਂਦਰੀ ਟੀਮ ਹੈ, ਸੰਗਠਨ ਹੈ ਜਿਹੜਾ ਕੇਂਦਰ ਦਾ। ਹੁਣ ਜੇ ਪੰਜਾਬ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਰਾਘਵ ਚੱਡਾ ਜੀ ਨੇ, ਉਹਦੇ ਵਿੱਚ ਡਾਕਟਰ ਸਾਹਿਬ ਨੇ ਜਿਨ੍ਹਾਂ ਨੂੰ ਰਾਜ ਸਭਾ 'ਚ ਭੇਜਿਆ ਗਿਆ, ਉਹਨਾਂ ਦੇ ਵਿੱਚ ਭਗਵੰਤ ਮਾਨ ਵੀ ਨੇ, ਔਰ ਕਿਤੇ ਨਾ ਕਿਤੇ ਸੰਜੇ ਸਿੰਘ ਉਹਨਾਂ ਦੀ ਸ਼ਮੂਲੀਅਤ ਵੀ ਹੋਏਗੀ, ਔਰ ਦਿੱਲੀ 'ਚ ਅਰਵਿੰਦ ਕੇਜਰੀਵਾਲ ਉਹਨਾਂ ਦੀ ਟੀਮ ਦੀ ਸ਼ਮੂਲੀਅਤ ਵੀ ਹੋਏਗੀ, ਜਿਹੜੇ ਪੁਰਾਣੇ ਸਾਥੀ ਨੇ ਅਰਵਿੰਦ ਕੇਜਰੀਵਾਲ ਦੇ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਖਾਸ ਟੀਮ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਉਹਨਾਂ ਦੀ ਪਾਰਟੀ ਨੇ, ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭੇਜੀ ਹੋਈ ਹੈ। ਉਹ ਟੀਮ ਬਹੁਤ ਸਾਰੀਆਂ ਚੀਜ਼ਾਂ ਨੂੰ ਰਿਵਿਊ ਕਰਕੇ ਫਿਰ ਡਿਸੀਜਨ ਤੇ ਪਹੁੰਚਦੀ ਹੈ। ਪਰ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਐਡਮਿਨਿਸਟ੍ਰੇਟਿਵ ਫੈਸਲੇ ਨੇ ਉਹ ਨਿਸ਼ਚਿਤ ਤੌਰ ਦੇ ਉੱਤੇ ਉਹ ਸਰਕਾਰੀ ਅਫਸਰਾਂ ਦੀ ਸੁਝਾਅ ਤੇ ਹੀ ਹੁੰਦੇ ਹੋਣਗੇ। ਸਿਕਿਉਰਿਟੀਆਂ ਕਿਹਦੀਆਂ ਰੱਖਣੀਆਂ ਨੇ, ਸਿਕਿਉਰਿਟੀਆਂ ਕਿਹਨੂੰ ਵਾਪਸ ਭੇਜਣੀਆਂ ਨੇ, ਇਹ ਸਾਰੇ ਫੈਸਲੇ ਤਾਂ ਹਰਜੋਤ ਜੀ ਅਫਸਰਾਂ ਦੇ ਲੈਵਲ ਤੇ ਹੁੰਦੇ ਨੇ। ਔਰ ਇਸੇ ਕਰਕੇ ਇੱਥੇ ਕਈ ਵਾਰੀ ਕਮੀ ਰਹਿ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਅਫਸਰ ਸਮਾਜਿਕ ਪਹਿਲੂ ਦੇਖਣ 'ਚ ਅਸਫਲ ਹੁੰਦੇ ਨੇ। ਹੁਣ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿੱਡਾ ਵੱਡਾ ਅਹੁਦਾ ਹੈ, ਜਿੱਡਾ ਵੱਡਾ ਉਸ ਅਹੁਦੇ ਦਾ ਸਤਿਕਾਰ ਹੈ, ਦੁਨੀਆ ਭਰ ਦੇ ਜਿਹੜੇ ਸਿੱਖ ਭਾਈਚਾਰੇ ਦੀ ਉਹ ਨੁਮਾਇੰਦਗੀ ਕਰਦੇ ਨੇ। ਇਕੱਲੇ ਸਿੱਖ ਭਾਈਚਾਰੇ ਦੀ ਕਿਉਂ, ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਨੁਮਾਇੰਦਗੀ ਕਰਦੇ ਨੇ, ਜਿੱਥੋਂ ਪੂਰੀ ਦੁਨੀਆ 'ਚ ਇੱਕ ਸੱਚੀ ਸੇਧ ਜਾਂਦੀ ਹੈ। ਔਰ ਅਜਿਹੇ ਫੈਸਲੇ ਕੋਈ ਪੋਲੀਟੀਕਲ ਲੀਡਰ ਨਹੀਂ ਕਰ ਸਕਦਾ। ਮੈਨੂੰ ਇਹ ਲੱਗਦਾ ਕਿ ਇਹ ਫੈਸਲਾ ਭਗਵੰਤ ਮਾਨ ਨੂੰ ਵੀ ਬਾਅਦ 'ਚ ਪਤਾ ਲੱਗਿਆ ਹੋਣਾ, ਇਹ ਫੈਸਲੇ ਅਫਸਰੀ ਪੱਧਰ ਦੇ ਉੱਤੇ ਹੁੰਦੇ ਨੇ। ਇਸੇ ਕਰਕੇ ਇਹਨਾਂ ਦੇ ਵਿੱਚ ਫਿਰ ਤਬਦੀਲੀ ਵੀ ਬੜੀ ਛੇਤੀ ਛੇਤੀ ਆਉਂਦੀ ਹੈ। ਔਰ ਜਿੱਥੋਂ ਤੱਕ ਰਹੇ ਫੈਸਲੇ ਕਿ ਰਾਜ ਸਭਾ ਦੇ ਮੈਂਬਰ ਦੀ ਚੋਣ ਕਰਨੀ ਹੈ, ਕੈਂਡੀਡੇਟ ਕਿਹੜਾ ਹੋਊਗਾ ਜਾਂ ਕਿਹੜੇ ਵਿਅਕਤੀ ਨੂੰ ਟਿਕਟਾਂ ਦੇਣੀਆਂ ਨੇ, ਇਹਦੇ ਵਿੱਚ ਦਿੱਲੀ ਦੀ ਟੀਮ ਦਾ ਪ੍ਰਭਾਵ ਹਾਲੇ ਵੀ ਹੈ। ਫਰਕ ਇਹਨਾਂ ਹੈ ਕਿ ਭਗਵੰਤ ਮਾਨ ਦੀ ਵੀ ਹੁਣ ਬਰਾਬਰ ਦੀ ਅਹਿਮੀਅਤ ਬਣ ਗਈ ਹੈ। ਔਰ ਪੰਜਾਬ ਦੇ ਜਦੋਂ ਫੈਸਲੇ ਕਰਨੇ ਨੇ, ਉੱਥੇ ਭਗਵੰਤ ਮਾਨ ਅਗਰ ਕਿਸੇ ਫੈਸਲੇ ਤੇ ਅੜ ਜਾਣ ਤਰਕ ਦੇ ਨਾਲ, ਫਿਰ ਉਹਨਾਂ ਦੀ ਗੱਲ ਕੱਟੀ ਨਹੀਂ ਜਾ ਸਕਦੀ। ਔਰ ਦੋ ਕਾਰਨ ਹੁੰਦੇ ਨੇ, ਜਦੋਂ ਕੋਈ ਲੀਡਰ ਚੰਗੇ ਫੈਸਲੇ ਕਰ ਰਿਹਾ ਹੋਵੇ, ਉਹਨਾਂ ਦੇ ਚੰਗੇ ਫੈਸਲਿਆਂ ਨੂੰ ਸਮਾਜਿਕ ਪ੍ਰਮਾਣਿਕਤਾ ਮਿਲ ਰਹੀ ਹੋਵੇ, ਸਮਾਜਿਕ ਪ੍ਰਵਾਨਗੀ ਮਿਲ ਰਹੀ ਹੋਵੇ, ਔਰ ਉਹਨਾਂ ਫੈਸਲਿਆਂ ਦੇ ਨਾਲ ਪ੍ਰਸਿੱਧੀ ਹੋ ਰਹੀ ਹੋਵੇ, ਤੇ ਫਿਰ ਉਸ ਲੀਡਰ ਦੇ ਕਿਸੇ ਵੀ ਫੈਸਲੇ ਨੂੰ ਕੱਟ ਦੇਣਾ ਔਖਾ ਹੁੰਦਾ ਹੈ। ਇਹੀ ਕੁਝ ਆਮ ਆਦਮੀ ਪਾਰਟੀ 'ਚ ਵਾਪਰ ਰਿਹਾ ਹੈ। ਭਗਵੰਤ ਮਾਨ ਦੇ ਜ਼ਿਆਦਾਤਰ ਫੈਸਲੇ, ਮੈਂ ਦੇਸੀ ਭਾਸ਼ਾ 'ਚ ਕਹੂੰਗਾ, ਸੁਪਰ ਹਿੱਟ ਹੋ ਰਹੇ ਨੇ। ਇਸੇ ਕਰਕੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਲਦੀ ਭਗਵੰਤ ਮਾਨ ਉਹਨਾਂ ਦੇ ਫੈਸਲੇ ਕੱਟਣ ਦੀ ਜਿਹੜੀ ਤਾਕਤ ਹੈ ਉਹ ਓਨੀ ਨਹੀਂ ਰਹਿੰਦੀ ਜਦੋਂ ਸਿੱਧੇ ਪੈ ਰਹੇ ਹੋਣ ਕਿਸੇ ਵਿਅਕਤੀ ਦੇ ਫੈਸਲੇ। ਸੋ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ, ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ। ਕਾਂਗਰਸ ਦੀ ਕਮੀ ਕੀ ਸੀ? ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਵੇਲੇ ਦਿੱਕਤ ਕੀ ਸੀ? ਫੈਸਲੇ ਸਿਰਫ ਚਰਨਜੀਤ ਚੰਨੀ ਉਹਨਾਂ ਦੇ ਮੰਤਰੀਆਂ ਦੇ ਪੱਧਰ ਤੇ ਹੁੰਦੇ ਸੀ, ਨਵਜੋਤ ਸਿੰਘ ਸਿੱਧੂ ਦੀ ਜ਼ਿਆਦਾ ਭੂਮਿਕਾ ਨਹੀਂ ਹੁੰਦੀ ਸੀ ਮੇਰੇ ਮੁਤਾਬਕ। ਔਰ ਉਹੀ ਫਰਕ ਰਹਿ ਗਿਆ। ਅਗਰ ਕੱਲੇ ਭਗਵੰਤ ਮਾਨ ਫੈਸਲੇ ਕਰਨਗੇ, ਉਹਦੀ ਵੀ ਕੋਈ ਗਰੰਟੀ ਨਹੀਂ ਕਿ ਸਾਰੇ ਫੈਸਲੇ ਚੰਗੇ ਹੋਣਗੇ। ਫੈਸਲਿਆਂ ਦਾ ਸਮੂਹਿਕ ਹੋਣਾ ਬੜਾ ਲਾਜ਼ਮੀ ਹੈ, ਔਰ ਉਹਦੇ 'ਚ ਰੇਸ਼ੋ ਹੋਣੀ ਬੜੀ ਲਾਜ਼ਮੀ ਹੈ। ਅਗਰ ਦਿੱਲੀ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਦਿੱਲੀ ਦੀ ਭਾਵਨਾ ਦੇ ਮੁਤਾਬਕ ਕੋਈ ਦਿੱਲੀ 'ਚ ਬੈਠੇ ਪੰਜਾਬੀ ਨੂੰ ਲੈ ਕੇ ਆਉਣਾ ਹੈ, ਉਹਦੇ 'ਚ ਕੋਈ ਇਤਰਾਜ਼ ਨਹੀਂ। ਮੈਂ ਤਾਂ ਕਹਿੰਦਾ ਸੀ ਕੋਈ NRI ਵੀ ਅਗਰ ਰਾਜ ਸਭਾ 'ਚ ਭੇਜ ਦਿੱਤਾ ਜਾਂਦਾ ਕੋਈ ਹਰਜ ਨਹੀਂ ਸੀ, ਕੋਈ ਕਿਸਾਨ ਵੀ ਭੇਜ ਦਿੱਤਾ ਜਾਂਦਾ। ਚਲੋ ਕਿਸਾਨ ਆ ਗਏ, ਮੈਂ ਸੰਤ ਸੀਚੇਵਾਲ ਉਹਨਾਂ ਨੂੰ ਕਿਸਾਨ ਵੀ ਮੰਨਦਾ, ਉਹ ਵਾਤਾਵਰਣ ਪ੍ਰੇਮੀ ਵੀ ਨੇ ਤੇ ਕਿਸਾਨ ਵੀ ਨੇ। ਉਹ ਤਾਂ ਕਮੀ ਪੂਰੀ ਕਰਤੀ ਆਮ ਆਦਮੀ ਪਾਰਟੀ ਨੇ। ਇਸੇ ਤਰ੍ਹਾਂ ਮੈਂ ਜਿਹੜੀ ਆਪਣੀ ਗੱਲ ਕਹਿ ਰਿਹਾ ਸੀ ਕਿ ਅਗਰ ਕਾਂਗਰਸ ਸੰਗਠਿਤ ਹੋ ਕੇ ਕੰਮ ਕਰਦੀ, ਨਵਜੋਤ ਸਿੰਘ ਸਿੱਧੂ, ਚਰਨਜੀਤ ਚੰਨੀ ਜਾਂ ਕੈਪਟਨ ਅਮਰਿੰਦਰ ਅਗਰ ਸਮੂਹਿਕ ਫੈਸਲੇ ਕਰਦੇ, ਤੇ ਅੱਜ ਇਹਨਾਂ ਦੀ ਇਹ ਸਥਿਤੀ ਨਹੀਂ ਸੀ ਹੋਣੀ ਕਿ 18 ਸੀਟਾਂ ਤੇ ਰਹਿ ਜਾਂਦੇ ਤੇ ਕੈਪਟਨ ਅਮਰਿੰਦਰ ਨੂੰ ਅਹੁਦਾ ਛੱਡਣਾ ਪੈਂਦਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ
ਆਰਗੇਨਾਈਜ਼ਡ ਹੋਣੀਆਂ ਚਾਹੀਦੀਆਂ ਸੀ, ਪਰ ਆਮ ਆਦਮੀ ਪਾਰਟੀ 'ਚ ਹੁਣ ਚੀਜ਼ਾਂ ਆਰਗੇਨਾਈਜ਼ਡ ਹੋ ਰਹੀਆਂ। जी जी बिल्कुल अगला सवाल जरूरी बहुत खास चर्चा करनी बहुत बनती है उसे कि संगरूर जिमनी चोण की अगर आप गल करते हैं तो इत्थे असीं जिवें देख रहे हैं सारियां पार्टियां अपना पूरा जोर लगा रही ने कि किसी तरीके नाल जो है सीट असीं जित लईए। पर अगर असीं आम आदमी पार्टी की गल कर लीए चाहे शोर पै रहा है कि भगवंत मान जी की छोटी भैन जो ने मनप्रीत कौर उन्होंने नाम के उपर गल की जा रही है पर अधिकारित ऐलान कोई भी नहीं होया। की लगता है कि भगवंत मान अपने दम से इस सीट को जितवा सकते हैं या फिर इत्थे केजरीवाल की भूमिका भी बननी जरूरी रहेगी है? केजरीवाल कार्ड से खेडना आम आदमी पार्टी को जरूरी रहेगा? किस तरीके नाल देखदे हो कि 2.5 महीनों के विच लगभग भगवंत मान इन्नी को अपनी पकड़ बना चुके हैं लोगों ते वो अपने दम ते जिसनों भी ऐलानते हैं जिसका भी नाम ऐलानते हैं ते संगरूर दी सीट तो जो है जित मिलेगी आम आदमी पार्टी को। देखो दो गल्लां इत्थे देखणियां पैणगीਆਂ सानू हरजोत जी। आम आदमी पार्टी अपने आप नूं सुरक्षित मन के ना चले, ਉਹਦੇ ਪਿੱਛੇ ਕਾਰਨ ਇਹ ਹੈ ਕਿ ਮੁਲਾਜ਼ਮ ਵਰਗ ਇੱਕ ਬਹੁਤ ਵੱਡਾ ਵਰਗ ਹੁੰਦਾ ਹੈ। ਮੈਂ ਦੇਖ ਰਿਹਾ ਸੀ ਕੱਲ ਵੀ ਮੁਲਾਜ਼ਮ ਵਰਗ ਨੇ ਪ੍ਰੋਟੈਸਟ ਕੀਤਾ ਸੰਗਰੂਰ ਦੇ ਵਿੱਚ। ਸੰਗਰੂਰ ਦੇ ਵਿੱਚ ਜਿਹੜਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਹੈ ਉਹਦੇ ਵਿੱਚ ਕਈ ਜਥੇਬੰਦੀਆਂ ਨੇ, ਉਹਨਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਲੈ ਕੇ ਜਿਹੜੇ ਐਜੂਕੇਸ਼ਨ ਮਿਨਿਸਟਰ ਹੈ ਮੀਤ ਹੇਅਰ ਉਹਨਾਂ ਦੇ ਘਰ ਤੱਕ ਮਾਰਚ ਕੀਤਾ। ਇਹਦਾ ਮਤਲਬ ਹੈ ਕਿ ਠੇਕੇ ਤੇ ਜਿਹੜੇ ਮੁਲਾਜ਼ਮ ਨੇ ਉਹ ਅੱਜ ਵੀ ਇਸ ਗੱਲ ਤੋਂ ਨਾਖੁਸ਼ ਨੇ ਕਿ ਜਿਹੜਾ ਵਾਅਦਾ ਸਾਡੇ ਨਾਲ ਕੀਤਾ ਗਿਆ ਸੀ ਉਹ ਪੂਰਾ ਨਹੀਂ ਹੋਇਆ। ਫਿਰ ਜਰਨਲ ਵਰਗ ਉਹ ਕਹਿੰਦਾ ਸੀ 300 ਯੂਨਿਟ ਮਾਫ ਕਰਕੇ ਸਾਡਾ ਵੀ ਬਿੱਲ ਹੈ ਜਿਹੜਾ 300 ਯੂਨਿਟ ਤੋਂ ਬਾਅਦ ਸ਼ੁਰੂ ਹੋਣਾ ਚਾਹੀਦਾ। ਜਿਹੜਾ ਸਾਡਾ ਰਾਖਵੇਂ ਕਰਨ ਵਾਲਾ ਵਰਗ ਹੈ ਉਹਨਾਂ ਨੂੰ ਤਾਂ ਪਹਿਲਾਂ ਹੀ 200 ਯੂਨਿਟ ਫ੍ਰੀ ਕਾਂਗਰਸ ਦੀ ਸਰਕਾਰ ਵੱਲੋਂ ਦਿੱਤੇ ਜਾ ਰਹੇ ਸੀ। ਹੁਣ ਸਵਾਲ ਇਹ ਨੇ ਕਿ ਫੈਸਲੇ ਮਿਲੇ ਜੁਲੇ ਹੋਏ ਨੇ। ਆਮ ਆਦਮੀ ਪਾਰਟੀ ਦੀ ਸਰਕਾਰ 'ਚ ਫੈਸਲੇ ਮਿਲੇ ਜੁਲੇ ਹੋਏ ਨੇ। ਬਹੁਤ ਸਾਰੇ ਫੈਸਲੇ ਅਜਿਹੇ ਨੇ ਜਿਹੜੇ ਹਜੇ ਹੋਏ ਨਹੀਂ। ਜਿਹੜੀ ਮੈਂ ਕੱਲ ਪਰਸੋਂ ਗੱਲ ਸੁਣ ਰਿਹਾ ਸੀ ਕਿ 4000 ਤੋਂ ਵੱਧ ਪੁਲਿਸ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ, ਉਹ ਸਾਰੀ ਭਰਤੀ ਪ੍ਰਕਿਰਿਆ ਕਾਂਗਰਸ ਦੇ ਰਾਜ ਦੀ ਚੱਲ ਰਹੀ ਹੈ। ਉਹ ਤਾਂ ਮੰਗ ਸੀ, ਸੰਘਰਸ਼ ਸੀ। ਦੂਸਰਾ ਹੁਣ ਬਰਨਾਲੇ ਦੇ ਵਿੱਚ, ਸੰਗਰੂਰ ਦੇ ਵਿੱਚ, ਮਲੇਰਕੋਟਲਾ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਚੋਣ ਜ਼ਾਬਤਾ ਲੱਗ ਚੁੱਕਿਆ ਹੈ। ਉੱਥੇ ਕੋਈ ਐਲਾਨ ਨਹੀਂ ਕੀਤਾ ਜਾ ਸਕਦਾ, ਉੱਥੇ ਕੋਈ ਕਿਸੇ ਨੂੰ ਫਾਇਦਾ ਨਹੀਂ ਦਿੱਤਾ ਜਾ ਸਕਦਾ। ਕਿਸੇ ਨੂੰ ਇੰਨੀ ਜਲਦੀ ਚੋਣ ਦੀ ਉਮੀਦ ਨਹੀਂ ਸੀ। ਸਿਮਰਨਜੀਤ ਸਿੰਘ ਮਾਨ ਉੱਥੇ ਪਹੁੰਚ ਗਏ ਨੇ ਔਰ ਜਦੋਂ ਅਸੀਂ ਧਰੁਵੀਕਰਨ ਦੀ ਸਿਆਸਤ 'ਚ ਦੇਖਦੇ ਹਾਂ ਤੇ ਸਿਮਰਨਜੀਤ ਸਿੰਘ ਮਾਨ ਵੀ ਇੱਕ ਵੱਡੇ ਹਿੱਸੇ ਨੂੰ ਰਿਪਰੈਜ਼ੈਂਟ ਕਰਦੇ ਨੇ। ਹੁਣ ਆਮ ਆਦਮੀ ਪਾਰਟੀ ਜਦੋਂ ਹੁਣ ਵੋਟਾਂ 'ਚ ਉੱਥੇ ਉਤਰੇਗੀ, ਅਗਰ ਭਗਵੰਤ ਮਾਨ ਦੇ ਭੈਣ ਵੀ ਉੱਥੋਂ ਉਮੀਦਵਾਰ ਬਣਦੇ ਨੇ ਤੇ ਫਿਰ ਇੱਕ ਚੀਜ਼ ਦਾ ਸਿਰਫ ਜਿਹੜਾ ਮੈਨੂੰ ਵਾਅਦਾ ਦਿਖ ਰਿਹਾ ਆਮ ਆਦਮੀ ਪਾਰਟੀ ਲਈ ਕਿ ਉੱਥੇ ਕਾਂਗਰਸ, ਅਕਾਲੀ ਦਲ ਔਰ ਬੀਜੇਪੀ ਇਹ ਤਿੰਨੇ ਪਾਰਟੀਆਂ ਬਹੁਤ ਜ਼ਿਆਦਾ ਸਰਗਰਮ ਨਹੀਂ। ਇਹਨਾਂ ਕੋਲੇ ਕੋਈ ਬਹੁਤ ਵੱਡੇ ਮੁਕਾਬਲੇ ਵਾਲੇ ਨਾਮਵਰ ਲੀਡਰ ਨਹੀਂ, ਜੇਤੂ ਕੱਦ ਦੇ ਲੀਡਰ ਨਹੀਂ, ਜਾਂ ਇਹਨਾਂ ਕੋਲੇ ਬਿਲਕੁਲ ਕੋਈ ਅਜਿਹਾ ਨਵਾਂ ਲੀਡਰ ਨਹੀਂ, ਨਵਾਂ ਚਰਚਿਤ ਲੀਡਰ ਨਹੀਂ ਜਿਹਨੇ ਬਹੁਤ ਵੱਡੀ ਕੰਟਰੀਬਿਊਸ਼ਨ ਦਿੱਤੀ ਹੋਵੇ। ਹਾਂ, ਜਿੱਥੋਂ ਤੱਕ ਗੱਲ ਹੈ ਕਿ ਭਗਵੰਤ ਮਾਨ ਉਹਨਾਂ ਦੇ ਭੈਣ ਦੀ, ਉਹਨਾਂ ਨੇ ਕਿਉਂਕਿ ਲੰਮਾ ਸਮਾਂ ਪ੍ਰਚਾਰ ਕੀਤਾ ਭਗਵੰਤ ਮਾਨ ਦੇ ਲਈ ਤੇ ਉਹ ਭਗਵੰਤ ਮਾਨ ਦੇ ਨਾਲ ਬਹੁਤ ਥਾਵਾਂ ਦੇ ਉੱਤੇ ਵਿਚਰਦੇ ਨੇ। ਲੋਕਾਂ ਦੇ ਨਾਲ ਉਹਨਾਂ ਦੀ ਇੱਕ ਪਰਿਵਾਰਕ ਸਾਂਝ ਬਣੀ ਹੋਈ ਹੈ ਜੀ। ਮਹਿਲਾਵਾਂ ਦੇ ਨਾਲ ਦੁੱਖ ਸੁੱਖ 'ਚ ਮਿਲਣਾ ਗਿਲਣਾ ਉਹਨਾਂ ਦਾ ਬਣਿਆ ਹੋਇਆ। ਫਿਰ ਕਿਉਂਕਿ ਉਹ ਪਹਿਲੀ ਵਾਰੀ ਉਹਨਾਂ ਨੇ ਚੋਣ ਲੜਨੀ ਹੈ ਤੇ ਦੂਸਰਾ ਭਗਵੰਤ ਮਾਨ ਮੁੱਖ ਮੰਤਰੀ ਨੇ। ਅਸੀਂ ਵੇਖਦੇ ਹੁੰਦੇ ਸੀ ਜਦੋਂ ਕੋਈ ਮੁੱਖ ਮੰਤਰੀ ਹੁੰਦਾ ਹੈ ਉਹ ਵੈਸੇ ਜ਼ਿਮਨੀ ਚੋਣ ਜਿੱਤ ਜਾਂਦੀ ਹੈ ਜਿਹਦੀ ਸਰਕਾਰ ਹੁੰਦੀ ਹੈ। ਤੇ ਜੇ ਕੋਈ ਮੁੱਖ ਮੰਤਰੀ ਹੋਵੇ, ਦੇਖੋ ਮਮਤਾ ਬਨਰਜੀ ਸੀ, ਉਹ ਹਾਰ ਗਏ ਸੀ ਪੱਛਮੀ ਬੰਗਾਲ 'ਚ, ਲੇਕਿਨ ਜਦੋਂ ਮੁੱਖ ਮੰਤਰੀ ਬਣੇ ਬੜੀ ਆਸਾਨੀ ਨਾਲ ਜਿੱਤ ਗਏ। ਤੇ ਹੁਣ ਜਦੋਂ ਉਹ ਮੁੱਖ ਮੰਤਰੀ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਅਗਰ ਉਹਨਾਂ ਨੂੰ ਉੱਥੇ ਬਹੁਤ ਆਸਾਨੀ ਨਾਲ ਹਰਾਇਆ ਜਾ ਸਕਦਾ। ਭਗਵੰਤ ਮਾਨ ਨੂੰ ਹਰਾਉਣ ਲਈ ਦੂਜੀਆਂ ਪਾਰਟੀਆਂ ਨੂੰ ਮਿਹਨਤ ਕਰਨੀ ਪਏਗੀ। ਜਿੱਤੂਗਾ ਕੌਣ ਇਹ ਫੈਸਲਾ ਲੋਕਾਂ ਦਾ, ਉਹਦੇ ਪਿੱਛੇ ਮਲਟੀਪਲ ਫੈਕਟਰ ਨੇ। ਮੈਂ ਜਿਹੜੀ ਪੋਲੀਟੀਕਲ ਇੱਕ ਓਪੀਨੀਅਨ ਹੈ ਉਹਦੇ ਹਿਸਾਬ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਤਕੜੀ ਹੈ, ਪਰ ਅਸੀਂ ਦੂਸਰਿਆਂ ਨੂੰ ਵੀ ਕਮਜ਼ੋਰ ਨਾ ਸਮਝੀਏ। ਕਿਉਂਕਿ ਲੋਕਾਂ ਦਾ ਮਨ ਜਿਹੜਾ ਕਿੱਥੇ ਖੜਾ ਹੈ, ਲੋਕਾਂ ਦੀ ਸੋਚ ਕਿੱਥੇ ਖੜੀ ਹੈ, ਜਿਹੜੇ ਵਾਅਦੇ ਕੀਤੇ ਸੀ ਉਸਨੂੰ ਲੋਕ ਕਿਵੇਂ ਦੇਖਦੇ ਨੇ। ਮਨ ਤਾਂ ਕਾਂਗਰਸ ਵੀ ਇਹ ਸੀ ਵੀ ਅਸੀਂ ਸਰਕਾਰ ਬਣਾ ਲਾਂਗੇ, ਅਕਾਲੀ ਦਲ ਕਹਿੰਦੇ ਸੀ ਅਸੀਂ 30-35 ਲੈ ਜਾਾਂਗੇ, ਬੀਜੇਪੀ ਵਾਲੇ ਕਹਿੰਦੇ ਸੀ ਸਾਨੂੰ ਅਗਰ 25-30 ਆ ਗਈਆਂ, 15-20-25-30 ਆ ਗਈਆਂ ਅਸੀਂ ਸਰਕਾਰ ਬਣਾ ਜਾਾਂਗੇ।
ਪਰ ਲੋਕ ਵੱਖਰਾ ਸੋਚ ਰਹੇ ਸੀ। ਹੁਣ ਲੋਕ ਉੱਥੇ ਕੀ ਸੋਚਦੇ ਨੇ ਹਰਜੋਤ ਜੀ, ਅਸਲੀ ਫੈਸਲਾ ਲੋਕਾਂ ਦੀ ਸੋਚ ਦੇ ਨਾਲ ਹੋਣਾ ਹੈ। ਔਰ ਮੈਨੂੰ ਲੱਗਦਾ ਲੋੜ ਪੈਣੀ ਹੈ ਕੇਜਰੀਵਾਲ ਦੀ। ਭਗਵੰਤ ਮਾਨ ਦਾ ਨਾਮ ਬਹੁਤ ਵੱਡਾ ਹੈ, ਪਰ ਲੋੜ ਪੈਣੀ ਹੈ ਅਰਵਿੰਦ ਕੇਜਰੀਵਾਲ ਦੀ ਸੰਗਰੂਰ ਦੀ ਲੋਕ ਸਭਾ ਸੀਟ ਜਿੱਤਣ ਲਈ। ਅਰਵਿੰਦ ਕੇਜਰੀਵਾਲ ਤੋਂ ਬਿਨਾਂ ਹਜੇ ਸੀਟ ਜਿੱਤਣੀ ਔਖੀ ਹੈ, ਪਰ ਅਰਵਿੰਦ ਕੇਜਰੀਵਾਲ ਵੀ ਆ ਜਾਣਗੇ ਤੇ ਆਮ ਆਦਮੀ ਪਾਰਟੀ ਆਸਾਨੀ ਨਾਲ ਜਿੱਤ ਜੂਗੀ। ਇਹ ਵੀ ਗੱਲ ਨਹੀਂ, ਮੁਕਾਬਲਾ ਸਖਤ ਹੋਊਗਾ, ਕੋਈ ਵੀ ਧਿਰ ਜਿੱਤ ਸਕਦੀ ਹੈ, ਕਿਉਂਕਿ ਲੋਕ ਇੰਨੇ ਜ਼ਿਆਦਾ ਅਵੇਅਰ ਹੋ ਗਏ ਹਰਜੋਤ ਜੀ। ਲੋਕ ਅੱਜ ਕੱਲ ਆਖਰੀ ਦਮ ਤੱਕ ਦੱਸਦੇ ਨਹੀਂ, ਵੋਟਾਂ ਪਾਉਣ ਤੋਂ ਬਾਅਦ ਵੀ ਅੱਜ ਕੱਲ ਲੋਕ ਦੱਸਦੇ ਨਹੀਂ ਵੀ ਅਸੀਂ ਕਿਹਨੂੰ ਵੋਟ ਪਾਈ ਆ। ਮੈਂ ਵੀ ਨਹੀਂ ਕਿਸੇ ਨੂੰ ਦੱਸਦਾ ਮੈਂ ਕਿਹਨੂੰ ਪਾਈ ਆ ਆਮ ਤੌਰ ਤੇ, ਪਰ ਅਸੀਂ ਆਮ ਤੌਰ ਤੇ, ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਗੱਲ ਕਰੀਏ, ਕਈ ਵਾਰੀ ਅਸੀਂ ਡਿਸਕਲੋਜ਼ ਵੀ ਕਰਨੇ ਆ, ਪਰ ਲੋਕ ਆਮ ਤੌਰ ਦੇ ਉੱਤੇ ਦੱਸਦੇ ਨਹੀਂ। ਉਹ ਜਦੋਂ ਮਸ਼ੀਨ ਖੁੱਲਦੀ ਹੈ ਵੋਟਾਂ ਵਾਲੀ ਫੇਰ ਹੀ ਪਤਾ ਲੱਗਦਾ। ਸੋ ਇਸ ਕਰਕੇ ਬੜਾ ਦਿਲਚਸਪ ਮੁਕਾਬਲਾ ਇੱਥੇ ਰਹਿਣ ਵਾਲਾ ਹੈ। ਜੀ ਸੋ ਸਮਾਂ ਸਾਡੇ ਕੋਲ ਘੱਟ ਹੈ, ਲੇਕਿਨ ਪ੍ਰੋਗਰਾਮ ਦੀ ਸ਼ੁਰੂਆਤ 'ਚ ਆਪਾਂ ਗੱਲ ਕੀਤੀ ਸੀ ਕਿ ਲੁਧਿਆਣਾ ਵਿੱਚ ਕਿਸਾਨ ਜਥੇਬੰਦੀਆਂ ਨੇ ਜੋ ਮੀਟਿੰਗ ਕੀਤੀ ਹੈ ਉਸ ਵਿੱਚ ਕਈ ਖੁਲਾਸੇ ਜੋ ਹੋਏ ਨੇ। ਮੈਂ ਸਵਾਲ ਜ਼ਿਆਦਾ ਲੰਬਾ ਨਹੀਂ ਕਰਾਂਗੀ, ਪਰ ਤੁਹਾਡੇ ਤੋਂ ਇਸ ਦੇ ਬਾਰੇ ਜ਼ਰੂਰ ਜਾਣਨਾ ਚਾਹੂੰਗੀ ਕਿ ਮੀਟਿੰਗ ਵਿੱਚ ਕੀ ਕੁਝ ਖਾਸ ਰਿਹਾ ਜੋ ਲੁਧਿਆਣਾ ਵਿੱਚ ਹੋਈ ਕਿਸਾਨ ਜਥੇਬੰਦੀਆਂ ਦੀ। ਦੇਖੋ, ਇਹ ਮੀਟਿੰਗ ਦੇ ਵਿੱਚ ਰਕੇਸ਼ ਟਕੈਤ ਆਏ, ਜੋਗਿੰਦਰ ਯਾਦਵ ਆਏ, ਬਹੁਤ ਸਾਰੇ ਕਿਸਾਨ ਸੰਗਠਨ ਆਏ। ਇੱਕ ਤਾਂ ਸਵਾਲ ਪੁੱਛਿਆ ਰਕੇਸ਼ ਟਕੈਤ ਉਹਨਾਂ ਨੂੰ, ਕਈ ਲੀਡਰਾਂ ਨੇ, ਜੋਗਿੰਦਰ ਯਾਦਵ ਵੀ ਉੱਥੇ ਸੀ, ਵੀ ਜਿਹੜੇ ਲੋਕ ਵੱਖ ਹੋ ਗਏ ਸੀ ਜਿਨ੍ਹਾਂ ਨੇ ਚੋਣਾਂ ਲੜੀਆਂ ਸੀ, ਕੀ ਉਹ ਇਕੱਠੇ ਹੋ ਰਹੇ ਨੇ, ਵਾਪਸ ਆ ਸਕਦੇ ਨੇ? ਤੇ ਰਕੇਸ਼ ਟਕੈਤ ਉਹਨਾਂ ਨੇ ਇੱਕ ਬਿਆਨ ਹੀ ਦਿੱਤਾ। ਉਹ ਕਹਿੰਦੇ ਵੀ ਜਿਹੜੇ ਜਿਨ੍ਹਾਂ ਨੇ ਚੋਣਾਂ ਲੜੀਆਂ ਨੇ ਉਹ ਸੋਚ ਸਮਝ ਕੇ ਫੈਸਲਾ ਕਰਨ, ਤੇ ਜਿਹੜੇ ਉਹਨਾਂ ਨੇ ਇਸ ਤਰੀਕੇ ਨਾਲ ਕਿਹਾ ਕਿ ਜਿਹੜੇ ਭਵਿੱਖ 'ਚ ਨਹੀਂ ਚੋਣਾਂ ਲੜਨਾ ਚਾਹੁੰਦੇ ਉਹਨਾਂ ਬਾਰੇ ਸੋਚ ਵਿਚਾਰ ਹੋ ਸਕਦੀ ਹੈ, ਵੈਲਕਮ ਮੋਡ 'ਚੋਂ ਮੈਨੂੰ ਦਿਖੇ। ਪਰ ਉਹ ਕਹਿੰਦੇ ਜਿਹੜੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਹਾਲੇ ਵੀ ਉਹ ਆਪਣੇ ਬਾਰੇ ਸੋਚ ਲੈਣ। ਸੋ ਇੱਕ ਤਰੀਕੇ ਨਾਲ ਉਹਨਾਂ ਨੇ ਵਿਅੰਗ ਵੀ ਕੀਤਾ, ਪਰ ਮੈਂ ਇੱਥੇ ਰਕੇਸ਼ ਟਕੈਤ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਨਹੀਂ ਹਾਂ। ਮੇਰਾ ਅੱਜ ਵੀ ਇਹ ਬੜਾ ਸਟਰੋਂਗ ਸੋਚ ਹੈ ਕਿ ਅਗਰ ਸਾਰੇ ਲੋਕ ਰਾਜਨੀਤੀ 'ਚ ਆ ਸਕਦੇ ਨੇ, ਪਾਰਟੀਆਂ ਬਣਾ ਸਕਦੇ ਨੇ, ਤੇ ਕਿਸਾਨਾਂ ਦੀ ਪਾਰਟੀ ਵੀ ਕਿਉਂ ਨਹੀਂ ਬਣ ਸਕਦੀ? ਪਹਿਲੀ ਵਾਰ ਕੋਈ ਨਹੀਂ ਜਿੱਤਦਾ। ਆਮ ਆਦਮੀ ਪਾਰਟੀ ਦੀਆਂ ਵੀ ਜ਼ਮਾਨਤਾਂ ਪੰਜਾਬ 'ਚ ਜ਼ਬਤ ਹੁੰਦੀਆਂ ਰਹੀਆਂ ਨੇ, ਇਹ ਕੋਈ ਜੱਗੋਂ ਤੇਰਵੀਂ ਗੱਲ ਨਹੀਂ ਹੋਈ। ਬੀਜੇਪੀ 2 ਸੀਟਾਂ ਤੋਂ ਹੌਲੀ ਹੌਲੀ ਅੱਗੇ ਵਧੀ, ਬੀਜੇਪੀ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ ਨੇ, ਹੁਣ ਕਾਂਗਰਸ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ ਅੱਜ ਕੱਲ। ਸੋ ਸਿਆਸਤ ਦੇ ਵਿੱਚ ਕਦੀ ਵੀ ਕੋਈ ਆ ਸਕਦਾ ਹੈ, ਔਰ ਮੈਂ ਹਮੇਸ਼ਾ ਇਸ ਗੱਲ ਨੂੰ ਮੈਂ ਵਕਾਲਤ ਕਰਦਾ ਇਸ ਗੱਲ ਦੀ ਹਰਜੋਤ ਜੀ, ਇਹ ਮੇਰਾ ਨਿੱਜੀ ਓਪੀਨੀਅਨ ਹੈ ਕਿ ਕਿਸਾਨਾਂ ਨੂੰ ਪਾਰਟੀ ਬਣਾਉਣੀ ਚਾਹੀਦੀ ਹੈ, ਬਣਾ ਕੇ ਰੱਖਣੀ ਚਾਹੀਦੀ ਹੈ, ਸੰਘਰਸ਼ ਕਰਨਾ ਚਾਹੀਦਾ ਹੈ। ਜ਼ਰੂਰ ਕਿਸਾਨ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਪਾਰਟੀ ਬਣਾ ਕੇ ਅੱਗੇ ਵਧ ਸਕਦੇ। ਜੀ ਬਿਲਕੁਲ। ਸੋ ਬਹੁਤ ਧੰਨਵਾਦ ਡੱਲਾ ਜੀ, ਇਹ ਸਾਰੀ ਖਬਰਾਂ ਦੇ ਉੱਪਰ ਆਪਾਂ ਵਿਸਥਾਰ ਵਿੱਚ ਚਰਚਾ ਕੀਤੀ। ਆਪਣੇ ਦਰਸ਼ਕਾਂ ਦਾ ਹਮੇਸ਼ਾ ਧੰਨਵਾਦ ਕਰਦੇ ਹਾਂ ਜੋ ਆਪਣੇ ਸੁਝਾਅ ਸਾਨੂੰ ਕਮੈਂਟ ਜ਼ਰੀਏ ਵੀ ਸਾਡੇ ਨਾਲ ਸਾਂਝੇ ਕਰਦੇ ਨੇ, ਤੇ ਇਸੇ ਤਰੀਕੇ ਨਾਲ ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਹਮੇਸ਼ਾ ਬਣੇ ਰਹੋਗੇ। ਬਹੁਤ ਧੰਨਵਾਦ ਡੱਲਾ ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ।